ਸਮੂਹ ਦਰਸ਼ਕਾਂ ਦਾ ਆਵਾਜ਼ੇ ਪੰਜਾਬ ਪ੍ਰੋਗਰਾਮ ਚੈਨਲ ਪੰਜਾਬੀ ਗਲੋਬਲ ਪੰਜਾਬ ਤੇ ਸਵਾਗਤ ਹੈ। ਕੌਮਾਂਤਰੀ ਪੱਧਰ ਤੇ 8 ਮਾਰਚ ਨੂੰ ਇਸਤਰੀ ਜਾਤੀ ਨਾਲ ਸੰਬੰਧਿਤ ਦਿਹਾੜਾ ਮਨਾਇਆ ਜਾਂਦਾ ਹੈ। ਵੈਸੇ ਤਾਂ ਹਰ ਦਿਨ ਹੀ ਮਾਂ, ਭੈਣ, ਬੱਚੀ ਜਾਂ ਇਸਤਰੀ ਦੇ ਰੂਪ ਦੇ ਵਿੱਚ ਹੈ। ਜਿਵੇਂ ਗੁਰੂ ਸਾਹਿਬ ਦਾ ਫਰਮਾਨ ਹੈ, ਸੋ ਕਿਉ ਮੰਦਾ ਆਖੀਏ ਜਿਤ ਜਮੈ ਰਾਜਾਨ। ਜਿਸ ਤਰੀਕੇ ਨਾਲ ਅਸੀਂ ਕਹਿੰਦੇ ਹਾਂ ਕਿ ਸੰਸਾਰ ਦੇ ਵਿੱਚ ਨਰ ਤੇ ਮਾਦਾ ਦੋਨਾਂ ਦਾ ਸੁਮੇਲ ਹੀ ਦੁਨੀਆ ਨੂੰ ਅੱਗੇ ਚਲਾਉਂਦਾ ਹੈ, ਪਰ ਔਰਤ ਜਿਹੜੀ ਹੈ ਜਿਸ ਤਰੀਕੇ ਨਾਲ ਬਾਲ ਜਨਮ ਦੇ ਕੇ ਸੰਸਾਰ ਨੂੰ ਅੱਗੇ ਕਾਇਨਾਤ ਦੇ ਵਿੱਚ ਜਿਸ ਤਰ੍ਹਾਂ ਫੈਲਾ ਰਹੀ ਹੈ, ਉਸ ਦੀ ਬੜੀ ਵੱਡੀ ਭੂਮਿਕਾ ਹੈ। ਬੇਸ਼ੱਕ ਇੱਕ ਦਿਨ ਦੇ ਤੌਰ 'ਤੇ ਸਿੰਬੋਲਿਕਲੀ ਇਹ ਦਿਨ ਮਨਾਇਆ ਜਾਂਦਾ ਹੈ, ਪਰ ਇਸ ਦਾ ਪਿਛੋਕੜ ਕੀ ਹੈ, ਇਸ ਦਾ ਇਤਿਹਾਸ ਕੀ ਹੈ, ਅੱਜ ਦੁਨੀਆ ਭਰ ਦੇ ਵਿੱਚ ਕੀ ਹੋ ਰਿਹਾ ਹੈ, ਅੱਜ ਕਿਸ ਤਰੀਕੇ ਨਾਲ ਅਸੀਂ ਦੇਖਦੇ ਹਾਂ ਕਿ ਇਸਤਰੀ ਜਾਤੀ ਜਾਂ ਉਹਨਾਂ ਦੀਆਂ ਸਮੱਸਿਆਵਾਂ ਕੀ ਨੇ। ਕਿ ਅੱਜ ਦੇ ਸਮੇਂ ਦੇ ਵਿੱਚ ਵੀ ਇਹ ਤਾਂ ਨਹੀਂ ਹੋ ਰਿਹਾ ਕਿ ਉਹ ਵਿਤਕਰਾ ਅਜੇ ਵੀ ਕਿਸੇ ਨਾ ਕਿਸੇ ਰੂਪ 'ਚ ਜਾਰੀ ਹੈ। ਜਦੋਂ ਅਸੀਂ ਦੇਖਦੇ ਹਾਂ ਕਿ ਮੂਲ ਵਾਸੀ ਲੋਕ ਜਾਂ ਇਹਨਾਂ ਦੀਆਂ ਔਰਤਾਂ, ਉਹਨਾਂ ਦੇ ਇਤਿਹਾਸ ਨੂੰ ਪੜ੍ਹੀਏ ਤਦ ਵੀ ਹੈਰਾਨੀ ਹੁੰਦੀ ਹੈ। ਵੋਟ ਪਾਉਣ ਦਾ ਹੱਕ ਦੁਨੀਆ ਦੇ ਦੇਸ਼ਾਂ ਦੇ ਵਿੱਚ ਦੇਖੀਏ ਤਾਂ ਉਸ 'ਤੇ ਪਤਾ ਲੱਗਦਾ ਕਿ ਕਿਸ ਤਰੀਕੇ ਨਾਲ ਔਰਤਾਂ ਨਾਲ ਧੱਕੇਸ਼ਾਹੀ ਜ਼ਿਆਦਤੀ ਹੁੰਦੀ ਰਹੀ ਹੈ। ਜਾਂ ਜਿਸ ਤਰ੍ਹਾਂ ਅਸੀਂ ਆਪਣੀ ਮਨੁਸਮ੍ਰਿਤੀ ਨੂੰ ਲੈ ਕੇ ਜਾਂ ਵੈਦਿਕ ਪਰੰਪਰਾ ਦੇ ਵਿੱਚ ਦੇਖਦੇ ਹਾਂ ਕਿ ਔਰਤ ਨੂੰ ਕਿਵੇਂ ਦਾਸੀ ਮੰਨਿਆ ਜਾਂਦਾ ਸੀ। ਢੋਲ ਗਵਾਰ ਸ਼ੂਦਰ ਪਸ਼ੂ ਨਾਰੀ ਪਾਂਚੋ ਤਾੜਨ ਕੇ ਅਧਿਕਾਰੀ, ਜਾਂ ਹੋਰ ਅਨੇਕਾਂ ਮਿਸਾਲਾਂ ਮਿਲਦੀਆਂ। ਜਾਂ ਇਹੋ ਜਿਹੀ ਮਿਸਾਲ ਵੀ ਮਿਲਦੀ ਹੈ ਕਿ ਜਿਵੇਂ ਇੱਕ ਔਰਤ ਆ, ਉਹਦਾ ਫਰਜ਼ ਹੀ ਹੈ ਕਿ ਉਹ ਇੱਕ ਵਸਤੂ ਦੀ ਤਰ੍ਹਾਂ ਭੋਗੀ ਜਾਏ। ਅਤੇ ਇਹ ਅਸੀਂ ਦੇਖਦੇ ਹਾਂ ਕਿ ਵੱਡੇ ਵੱਡੇ ਸੰਸਥਾਵਾਂ, ਉਹਨਾਂ ਦੇ ਆਗੂ ਜਾਂ ਉਹਨਾਂ ਦੇ ਨਾਲ ਸੰਬੰਧਿਤ ਘਟਨਾਵਾਂ ਜਿਹੜੀਆਂ ਔਰਤਾਂ ਦੇ ਨਾਲ ਜ਼ਿਆਦਤੀ ਅਤੇ ਧੱਕੇਸ਼ਾਹੀ ਦੀਆਂ ਪ੍ਰਤੀਕ ਹੋ ਨਿਬੜਦੀਆਂ ਨੇ। ਕੈਨੇਡਾ ਦੇ ਸੰਦਰਭ 'ਚ ਵੀ ਅਸੀਂ ਗੱਲ ਕਰਾਂਗੇ। ਓਵਰਆਲ ਅਸੀਂ ਸੰਸਾਰ ਪੱਧਰ 'ਤੇ ਵੀ ਗੱਲ ਕਰਾਂਗੇ। ਪਿਛੋਕੜ ਦੇ ਵਿੱਚ ਭਾਰਤ ਦੇ ਵਿੱਚ ਜੋ ਹਾਲਾਤ ਹੈ ਉਸ ਦੇ ਬਾਰੇ ਵੀ। ਸੋ ਅੱਜ ਇਸ ਇਤਿਹਾਸਕ ਅਤੇ ਵਰਤਮਾਨ ਸਮੇਂ ਨਾਲ ਸੰਬੰਧਿਤ ਵਿਸ਼ੇ ਨੂੰ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੁੰਦੇ ਹਾਂ। ਮਹਿਮਾਨ ਵਜੋਂ ਸ਼ਾਮਲ ਹੋ ਰਹੇ ਨੇ ਗੁਰਪ੍ਰੀਤ ਸਿੰਘ ਜੀ। ਜੀ ਆਇਆਂ ਨੂੰ ਗੁਰਪ੍ਰੀਤ ਸਿੰਘ, ਸਵਾਗਤ ਹੈ ਤੁਹਾਡਾ। ਬਹੁਤ ਮਿਹਰਬਾਨੀ ਗੁਰਵਿੰਦਰ ਸਿੰਘ ਜੀ, ਧੰਨਵਾਦ ਤੁਹਾਨੂੰ ਅਤੇ ਤੁਹਾਡੇ ਦਰਸ਼ਕਾਂ ਨੂੰ ਅੰਤਰਰਾਸ਼ਟਰੀ ਨਾਰੀ ਦਿਹਾੜੇ ਦੀ ਮੁਬਾਰਕਬਾਦ। ਬਹੁਤ ਮੁਬਾਰਕਾਂ ਜੀ। ਅੰਤਰਰਾਸ਼ਟਰੀ ਔਰਤ ਦਿਹਾੜਾ ਜਿਹੜਾ ਸਾਡੇ ਸਾਰਿਆਂ ਲਈ ਇੱਕ ਸਨਮਾਨ ਵੀ ਹੈ। ਅਤੇ ਅਸੀਂ ਜਦੋਂ ਦੇਖਦੇ ਹਾਂ ਪਰਿਵਾਰਾਂ ਦੇ ਵਿੱਚ ਔਰਤਾਂ ਅਤੇ ਜਿਸ ਤਰੀਕੇ ਨਾਲ ਤਰੱਕੀ ਕਾਮਯਾਬੀ ਹੁੰਦੀ ਹੈ, ਤੁਹਾਨੂੰ ਖੁਸ਼ੀ ਹੈ। ਇਹ ਖੁਸ਼ੀ ਵਾਲੀ ਗੱਲ ਹੈ ਕਿ ਤੁਹਾਡੀ ਜੀਵਨ ਸਾਥਣ ਬੀਬੀ ਰਚਨਾ ਸਿੰਘ ਜਿਹੜੇ ਕਿ ਬਤੌਰ MLA ਸੇਵਾਵਾਂ ਵੀ ਨਿਭਾ ਰਹੇ ਨੇ। ਸੋ ਇੱਕ ਪਰਿਵਾਰ ਵੀ ਜਿਹੜਾ ਅਸੀਂ ਦੇਖਦੇ ਹਾਂ ਕਿ ਜਿਸ ਕਾਮਯਾਬੀ ਅਤੇ ਬੁਲੰਦੀ ਨੂੰ ਪਹੁੰਚ ਰਿਹਾ, ਉਸ ਦੀ ਮਿਸਾਲ ਤੁਹਾਡੇ ਤੋਂ ਵੀ ਮਿਲਦੀ ਹੈ। ਸੋ ਇਸ ਦੀ ਵੀ ਵਧਾਈ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਇਹਨਾਂ ਨੇਕ ਸ਼ਬਦਾਂ ਲਈ ਗੁਰਵਿੰਦਰ ਸਿੰਘ ਜੀ। ਮੈਂ ਤਾਂ ਕਹੂੰਗਾ ਕਿ ਹਰ ਇੱਕ ਜਿਹੜਾ ਇਨਸਾਨ ਹੈ, ਹਰ ਇੱਕ ਜੀਵ ਜੰਤੂ ਦੀ ਗੱਲ ਕਰ ਲਓ, ਉਹਦਾ ਜਿਹੜਾ ਪਹਿਲਾ ਪਿਆਰ ਹੈ ਉਹਦੀ ਮਾਂ ਹੁੰਦੀ ਹੈ। ਹਾਂ। ਸੋ ਉਸ ਨਾਤੇ ਔਰਤ ਦਾ ਜਿਹੜਾ ਰੋਲ ਉਦੋਂ ਹੀ ਸ਼ੁਰੂ ਹੋ ਜਾਂਦਾ ਇਨਸਾਨ ਦੀ ਜ਼ਿੰਦਗੀ, ਜਦੋਂ ਉਹ ਜਨਮ ਲੈਂਦਾ, ਕਿਉਂਕਿ ਔਰਤ ਦੇ ਜ਼ਰੀਏ ਹੀ ਉਹ ਸੰਸਾਰ 'ਚ ਆਉਂਦਾ। ਸੋ ਪਹਿਲਾ ਪਿਆਰ ਔਰਤ ਜਿਹੜੀ ਹੈ ਮਾਂ ਦੇ ਰੂਪ 'ਚ ਇਨਸਾਨ ਦਾ ਸਰੋਤ ਬਣਦੀ ਹੈ। ਇਹ ਸਾਨੂੰ ਹਮੇਸ਼ਾ ਚੇਤੇ ਰੱਖਣੀ ਚਾਹੀਦੀ ਗੱਲ। ਬਿਲਕੁਲ ਜੀ। ਜਦੋਂ ਅਸੀਂ ਆਪਣੇ ਇਤਿਹਾਸ ਨੂੰ ਵੀ ਦੇਖਦੇ ਹਾਂ ਤਦ ਵੀ ਸਾਨੂੰ ਇਸ ਗੱਲ ਦੀ ਮਿਸਾਲ ਮਿਲਦੀ ਹੈ। ਅਸੀਂ ਜੇਕਰ ਇਸ ਇਸਤਰੀ ਦਿਹਾੜੇ ਦੇ ਇਤਿਹਾਸਕ ਪਿਛੋਕੜ ਤੋਂ ਇਲਾਵਾ ਇਹ ਦੇਖੀਏ ਤਾਂ ਇਹ ਹੈ ਕਿ ਪੰਜਾਬੀ ਵਿਰਸਾ ਸੱਭਿਆਚਾਰ, ਸਾਡੀ ਜਿਹੜੀ ਹੈ ਪਰੰਪਰਾ, ਉਸ ਦੇ ਵਿੱਚ ਇਸ ਗੱਲ ਦੀ ਬੜੀ ਵੱਡੀ ਮਾਨਤਾ ਹੈ ਕਿ ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ, ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸੁਰਗ ਬਣਾਏ, ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆ ਮੁਰਝਾਉਂਦੇ, ਐ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ। ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੇ ਸ਼ਬਦ। ਇਸ ਤਰੀਕੇ ਨਾਲ ਹੀ ਔਰਤ ਦੇ ਜਿਹੜੇ ਮਹਾਨਤਾ ਦੇ ਰੂਪ ਨੇ ਉਹਨਾਂ ਚੋਂ ਇੱਕ ਇਹ ਹੈ। ਸੋ ਗੁਰਪ੍ਰੀਤ ਸਿੰਘ ਜੀ, ਜੇ ਓਵਰਆਲ ਇਸਤਰੀ ਦਿਹਾੜਾ ਜਿਹੜਾ ਅੰਤਰਰਾਸ਼ਟਰੀ ਤੌਰ 'ਤੇ ਮਨਾਇਆ ਜਾਣਾ ਸ਼ੁਰੂ ਹੋਇਆ, ਜਾਂ ਇਸ ਤੋਂ ਪਹਿਲਾਂ ਜਿਸ ਤਰੀਕੇ ਨਾਲ ਇਸ ਨੂੰ ਬਾਕਾਇਦਾ ਤੌਰ 'ਤੇ UNO ਦੇ ਵੱਲੋਂ ਵੀ ਮਾਨਤਾ ਦਿੱਤੀ ਗਈ, ਇਹ ਸਾਰਾ ਸਿਲਸਿਲਾ, ਇਸ ਦੇ ਬਾਰੇ ਕੁਝ ਰੌਸ਼ਨੀ ਪਾਓ। ਇਸ ਤਰ੍ਹਾਂ ਕਿ ਜਿਹੜਾ 20ਵੀਂ ਸਦੀ ਦੇ ਸ਼ੁਰੂ ਵਿੱਚ ਹੀ ਇਸ ਦੇ ਲਈ ਜ਼ਮੀਨ ਤਿਆਰ ਹੋਣੀ ਸ਼ੁਰੂ ਹੋ ਗਈ ਸੀ। ਇਹ ਉਹ ਸਮਾਂ ਸੀ ਜਦੋਂ ਅਮਰੀਕਾ ਵਰਗੇ ਦੇਸ਼ ਦੇ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀਗਾ। ਔਰਤਾਂ ਨੂੰ ਵਿਅਕਤੀ ਨਹੀਂ ਸੀ ਮੰਨਿਆ ਗਿਆ। ਸਿਰਫ ਵਿਅਕਤੀ ਹੀ ਵੋਟ ਪਾ ਸਕਦਾ ਸੀਗਾ, ਭਾਵ ਮਰਦ ਹੀ ਵੋਟ ਪਾ ਸਕਦਾ, ਔਰਤ ਨੂੰ ਵਿਅਕਤੀ ਵੀ ਨਹੀਂ ਸੀ ਮੰਨਿਆ ਗਿਆ। ਸੋ ਔਰਤਾਂ ਨੇ ਮੁਹਿੰਮਾਂ ਚਲਾਈਆਂ ਇਸ ਹੱਕ ਦੀ ਪ੍ਰਾਪਤੀ ਲਈ। ਉਸ ਦੌਰ ਵਿੱਚ ਫਿਰ ਬਿਲਕੁਲ ਨਵੀਂ ਸੋਝੀ ਆਈ ਔਰਤਾਂ ਵਿੱਚ ਵੀ। ਔਰਤਾਂ ਜਦੋਂ ਕੰਮਾਂ ਕਾਰਾਂ 'ਤੇ ਨਿਕਲਣ ਲੱਗ ਪਈਆਂ, ਉਹਨਾਂ ਨੂੰ ਲੱਗਾ ਕਿ ਸਾਡੇ ਵੀ ਹੱਕ ਚਾਹੀਦੇ, ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਈਆਂ। ਸੋ ਸਭ ਤੋਂ ਪਹਿਲਾਂ ਤਾਂ 20ਵੀਂ ਸਦੀ ਦੇ ਸ਼ੁਰੂ ਵਿੱਚ ਹੀ ਇਹ ਜ਼ਮੀਨ ਤਿਆਰ ਹੋਣੀ ਸ਼ੁਰੂ ਹੋ ਗਈ ਸੀ। ਔਰ 1909 ਵਿੱਚ ਜਾ ਕੇ ਨਿਊਯਾਰਕ 'ਚ ਵੂਮੈਨਸ ਡੇ ਦੀ ਜਿਹੜਾ ਹੈ ਘੋਸ਼ਣਾ ਕੀਤੀ ਗਈ, ਜਿਸ ਨੇ ਬਾਅਦ 'ਚ ਹੌਲੀ ਹੌਲੀ ਅੰਤਰਰਾਸ਼ਟਰੀ ਇਸਤਰੀ ਦਿਹਾੜੇ ਦਾ ਰੂਪ ਧਾਰ ਲਿਆ। ਸੋ ਇਹ ਮਤਲਬ ਕੋਸ਼ਿਸ਼ਾਂ ਕਾਫੀ ਦੇਰ ਤੋਂ ਚੱਲਦੀਆਂ ਆ ਰਹੀਆਂ ਸੀਗੀਆਂ। ਕੁਛ ਇਸ ਵਿੱਚ ਟ੍ਰੇਡ ਯੂਨੀਅਨ ਵਾਲਿਆਂ ਦਾ ਵੀ ਰੋਲ ਸੀਗਾ। ਟ੍ਰੇਡ ਯੂਨੀਅਨ ਨਾਲ ਜੁੜੀਆਂ ਹੋਈਆਂ ਔਰਤਾਂ, ਸੋਸ਼ਲਿਸਟ ਪਾਰਟੀ ਨਾਲ ਜੁੜੀਆਂ ਹੋਈਆਂ ਔਰਤਾਂ,
ਇਹਨਾਂ ਸਭ ਦਾ ਰੋਲ ਸੀ। ਸੰਸਾਰ ਭਰ ਜਦੋਂ ਆਵਾਜ਼ਾਂ ਉੱਠਣੀਆਂ ਸ਼ੁਰੂ ਹੋ ਗਈਆਂ, ਫਿਰ ਜਾ ਕੇ ਕਿਧਰੇ ਅੰਤਰਰਾਸ਼ਟਰੀ ਇਸਤਰੀ ਦਿਹਾੜਾ ਜਿਹੜਾ ਹੈ ਇਹ ਇਵੋਲਵ ਹੋਇਆ। ਆਪਾਂ ਇਹ ਨਹੀਂ ਕਹਿ ਸਕਦੇ ਕਿ ਉਸ ਦਿਨ ਮੁਕਰਰ ਹੋਇਆ, ਮੁਕਰਰ ਤਾਂ ਜਦੋਂ ਮਰਜ਼ੀ ਤੁਸੀਂ ਕਰ ਲਓ, ਪਰ ਇਹ ਜੋ ਕੁਛ ਉਸ ਦੀ ਪਿੱਠ ਭੂਮੀ 'ਚ ਉਸ ਨੂੰ ਅਸੀਂ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਵੂਮੈਨਸ ਡੇ ਪਹਿਲਾਂ ਸ਼ੁਰੂ ਹੁੰਦਾ 1909 'ਚ, ਬਾਅਦ ਜਾ ਕੇ ਕਿਸੇ ਰੂਪ 'ਚ ਇੰਟਰਨੈਸ਼ਨਲ ਵੂਮੈਨਸ ਡੇ ਬਣਦਾ, ਪਰ ਜ਼ਮੀਨ ਕਦੋਂ ਦੀ ਤਿਆਰ ਸ਼ੁਰੂ ਹੋ ਚੁੱਕੀ ਸੀ। ਸੋ ਪਿੱਤਰ ਸੱਤਾ ਦੇ ਖਿਲਾਫ ਇੱਕ ਲੜਾਈ ਸੀ ਔਰਤਾਂ ਦੀ, ਜਿਸ ਨੇ ਇਸ ਦੇ ਲਈ ਇੱਕ ਜ਼ਮੀਨ ਤਿਆਰ ਕੀਤੀ, ਜਿਸ ਦੇ ਚਲਦਿਆਂ ਅੱਜ ਅਸੀਂ ਸੰਸਾਰ ਭਰ 'ਚ ਇੰਟਰਨੈਸ਼ਨਲ ਵੂਮੈਨਸ ਡੇ ਜਾਂ ਅੰਤਰਰਾਸ਼ਟਰੀ ਇਸਤਰੀ ਦਿਹਾੜਾ ਮਨਾਉਂਦੇ ਹਾਂ। ਬਹੁਤ ਵਧੀਆ ਤੁਸੀਂ ਜਿਵੇਂ ਦੱਸਿਆ ਕਿ ਬੇਸ਼ੱਕ ਇਸ ਨੂੰ ਮਾਨਤਾ ਜਿਹੜੀ ਹੈ ਅੰਤਰਰਾਸ਼ਟਰੀ ਦਿਹਾੜੇ ਦੇ ਤੌਰ 'ਤੇ ਮਗਰੋਂ ਮਿਲੀ ਹੈ, ਪਰ ਇਸ ਦੇ ਲਈ ਪਹਿਲਾਂ ਹੀ ਉਪਰਾਲੇ ਸ਼ੁਰੂ ਹੋ ਗਏ ਨੇ। ਇਹਨਾਂ ਉਪਰਾਲਿਆਂ ਨੂੰ ਜਦੋਂ ਅਸੀਂ ਆਪਣੇ ਇਤਿਹਾਸਕ ਸੰਦਰਭ 'ਚ ਵੀ ਦੇਖਦੇ ਹਾਂ ਅਤੇ ਜਦੋਂ ਗੁਰਬਾਣੀ ਦੀ ਰੌਸ਼ਨੀ 'ਚ ਵੀ ਦੇਖਦੇ ਹਾਂ, ਉਸ ਵੇਲੇ ਭਾਰਤ ਦੇ ਵਿੱਚ ਵੀ ਇਸ ਤਰ੍ਹਾਂ ਦੇ ਲਗਾਤਾਰ ਔਰਤਾਂ ਨੂੰ ਵਸਤੂ ਸਮਝਣਾ, ਵਸਤੂ ਭੋਗਣਯੋਗ ਜਾਂ ਉਸ ਨੂੰ ਪੈਰ ਦੀ ਜੁੱਤੀ ਸਮਝਣਾ, ਜਾਂ ਕਈ ਤਰ੍ਹਾਂ ਦੇ ਵਿਤਕਰੇ ਪਸ਼ੂਆਂ ਵਾਂਗ ਉਸ ਦੇ ਨਾਲ ਵਰਤਾਓ ਕਰਨਾ ਇਹ ਚੱਲਦਾ ਸੀ। ਉਸ ਵੇਲੇ ਇਸ ਇਸਤਰੀ ਜਾਤੀ, ਨਾਰੀ ਜਾਤੀ ਦੇ ਪ੍ਰਤੀ ਸੁਚੇਤ ਪੱਧਰ 'ਤੇ ਗੁਰੂ ਸਾਹਿਬਾਨ ਨੇ ਕਈ ਮਹਾਨ ਕਾਰਜ ਕੀਤੇ, ਜਿਸ ਤਰ੍ਹਾਂ ਉਸ ਦੀ ਮਹਾਨਤਾ ਨੂੰ ਬਿਆਨ ਕਰਨਾ। ਫਿਰ ਸਤੀ ਪ੍ਰਥਾ ਵਰਗੀਆਂ ਜਿਹੜੀਆਂ ਸੀ, ਗੁਰੂ ਅਮਰਦਾਸ ਜੀ ਨੇ ਜਿਸ ਤਰੀਕੇ ਨਾਲ ਉਸ ਚੀਜ਼ ਦੇ ਖਿਲਾਫ ਪੂਰੀ ਮੁਹਿੰਮ ਚਲਾਈ, ਅਤੇ ਗੁਰੂ ਸਾਹਿਬਾਨ ਨੇ ਬਾਕਾਇਦਾ ਤੌਰ 'ਤੇ ਇਸ ਗੱਲ ਨੂੰ ਮਾਨਤਾ ਦਿੱਤੀ ਕਿ ਔਰਤ ਦੀ ਜਿਹੜੀ ਸਥਿਤੀ ਜਾਂ ਸਤਿਕਾਰ ਹੈ ਉਹ ਕਿੱਥੇ ਹੋਣਾ ਚਾਹੀਦਾ। ਸੋ ਅਸੀਂ ਜਦੋਂ ਆਪਣੇ ਪੂਰੇ ਭਾਰਤ ਦੇ ਪਿਛੋਕੜ ਵੱਲੋਂ ਜਾ ਕੇ ਦੇਖਦੇ ਹਾਂ, ਅਤੇ ਅਜੇ ਵੀ ਵੇਦਾਂ ਤੋਂ ਲੈ ਕੇ ਅਸੀਂ ਲਗਾਤਾਰ ਸਮ੍ਰਿਤੀਆਂ ਤੱਕ ਚੱਲਦੇ ਹਾਂ, ਉੱਥੇ ਬੜਾ ਕੁਝ ਐਸਾ ਆਉਂਦਾ ਜਿਹਨੂੰ ਦੇਖ ਕੇ ਕਾਫੀ ਹੈਰਾਨੀ ਹੁੰਦੀ ਹੈ, ਕਈ ਵਾਰ ਦੁੱਖ ਵੀ ਹੁੰਦਾ ਹੈ। ਦੇਖੋ ਗੱਲ ਸਰ, ਗੁਰੂ ਨਾਨਕ ਸਾਹਿਬ ਨੇ ਤਾਂ ਜਦੋਂ ਆਪਣੇ ਸਮੇਂ 'ਚ ਕਹਿਤਾ ਸੀਗਾ, ਸੋ ਕੋ ਬੰਦਾ ਆਖੀਏ ਜਮੇ ਰਾਜਾਨ, ਸੋ ਉਹਨਾਂ ਨੇ ਤਾਂ ਜ਼ਮੀਨ ਤਿਆਰ ਕਰਤੀ ਸੀ। ਬਾਅਦ 'ਚ ਗੁਰੂ ਅਮਰਦਾਸ ਨੇ, ਬਾਕੀਆਂ ਨੇ ਜੋ ਕੀਤਾ ਉਹ ਮਤਲਬ ਉਸ ਦੀ ਕੰਟੀਨਿਊਸ਼ਨ ਸੀ। ਪਰ ਇੱਕ ਗੱਲ ਅਸੀਂ ਭੁੱਲ ਜਾਂਦੇ, ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਪਿਤਾ ਜੀ ਨੇ ਵੀ ਇੱਕ ਤਰੀਕੇ ਨਾਲ ਇੱਕ ਮਿਸਾਲ ਕਾਇਮ ਕੀਤੀ ਹੈ। ਉਹ ਕਿਵੇਂ? ਭੈਣ ਨਾਨਕੀ ਵੱਡੀ ਹੈ, ਉਸ ਦਾ ਛੋਟਾ ਭਰਾ ਨਾਨਕ। ਸੋ ਨਾਨਕੀ ਦੇ ਕੰਟੈਕਸਟ ਨਾਨਕ ਸਮਝਣ ਦੀ ਕੋਸ਼ਿਸ਼ ਕਰੋ। ਉੱਥੇ ਵੀ ਦੇਖੋ, ਮਤਲਬ ਇਹ ਗੱਲ ਵੀ ਉਹਨਾਂ ਨੂੰ ਗੁੜਤੀ 'ਚ ਆਪਣੇ ਟੱਬਰ ਤੋਂ ਵੀ ਮਿਲੀ ਹੈ। ਔਰ ਜਿੱਦਾਂ ਉਹਨਾਂ ਨੇ ਆਪਣਾ ਪਹਿਲਾ ਅਨੁਯਾਈ ਬਣਾਇਆ ਬੀਬੀ ਨਾਨਕੀ ਨੂੰ, ਭੈਣ ਨਾਨਕੀ ਨੂੰ, ਉਹ ਵੀ ਮਤਲਬ ਦੱਸਦਾ ਕਿ ਕਿਸ ਤਰੀਕੇ ਨਾਲ ਸ਼ੁਰੂ ਤੋਂ ਹੀ ਉਹਨਾਂ ਨੇ ਵਿੱਚ ਇਸ ਤਰ੍ਹਾਂ ਦੀ ਰੁਚੀਆਂ ਸੀਗੀਆਂ ਕਿ ਔਰਤਾਂ ਨੂੰ ਅਸੀਂ ਐਮਪਾਵਰ ਕਰਨਾ, ਅੱਗੇ ਲਿਆਉਣਾ। ਸੋ ਜਿਹੜਾ ਧਰਤ ਨੂੰ ਵੀ ਉਹਨਾਂ ਨੇ ਮਾਤਾ ਕਿਹਾ, ਉੱਥੇ ਵੀ ਇਹ ਗੱਲ ਪਤਾ ਨੂੰ ਨਜ਼ਰ ਆ ਰਹੀ ਕਿ ਔਰਤ ਦੀ ਜਿਹੜੀ ਅਹਿਮੀਅਤ ਕਿੰਨੀ ਸੀ ਗੁਰੂ ਸਾਹਿਬ ਦੀ ਨਜ਼ਰਾਂ ਦੇ ਵਿੱਚ। ਸੋ ਉਹ ਦੌਰ ਸੀਗਾ ਜਦੋਂ ਅਸੀਂ ਮਨੁ ਸਮ੍ਰਿਤੀ ਦੀ ਗੱਲ ਕਰਦੇ ਹਾਂ, ਜਿਹਦੇ ਬਾਰੇ ਤੁਸੀਂ ਸ਼ੁਰੂ 'ਚ ਇੰਟਰੋਡਕਸ਼ਨ ਵਿੱਚ ਵੀ ਮੈਂਸ਼ਨ ਕੀਤਾ, ਕਿ ਸਾਰੇ ਹਿੰਦੁਸਤਾਨ 'ਚ ਇੱਕ ਮਾਹੌਲ ਬਣਿਆ ਸੀਗਾ ਇਸ ਤਰ੍ਹਾਂ ਦਾ ਕਿ ਔਰਤਾਂ ਨੂੰ ਪੈਰ ਦੀ ਜੁੱਤੀ ਸਮਝਿਆ ਗਿਆ, ਬਰਾਬਰ ਦਾ ਨਹੀਂ ਸਮਝਿਆ ਗਿਆ। ਉਸ ਮੌਕੇ 'ਤੇ ਜਦੋਂ ਇਸ ਕਿਸਮ ਦੀਆਂ ਗੱਲਾਂ ਹੋਈਆਂ, ਗੁਰੂ ਨਾਨਕ ਸਾਹਿਬ ਨੇ ਜਿਵੇਂ ਆ ਜਾ ਕੇ ਫਿਲਾਸਫੀ ਦਿੱਤੀ, ਅਤੇ ਇੱਕ ਨਵੀਂ ਮਤਲਬ ਇੱਕ ਨਵੀਆਂ ਪੈੜਾਂ ਉਹਨਾਂ ਨੇ ਪਾਈਆਂ। ਉਹ ਇੱਕ ਤਰੀਕੇ ਦੀ ਚੁਣੌਤੀ ਸੀ ਉਸ ਸਿਸਟਮ ਨੂੰ, ਜਿਸ ਵਿੱਚ ਔਰਤ ਨੂੰ ਪੈਰ ਦੀ ਜੁੱਤੀ ਸਮਝਿਆ ਗਿਆ, ਔਰਤ ਨੂੰ ਖੁੰਝੇ ਲਾ ਕੇ ਰੱਖਿਆ ਗਿਆ। ਸੋ ਇੱਕ ਨਵਾਂ ਉਹਨਾਂ ਨੇ ਕਰਕੇ ਵਿਖਾਇਆ, ਜਿਹੜਾ ਬਾਅਦ 'ਚ ਬਾਕੀ ਜਿਹੜੇ ਗੁਰੂ ਆਏ ਉਹਨਾਂ ਨੇ ਆਪਣੇ ਤੌਰ 'ਤੇ ਉਸ ਨੂੰ ਕੰਟੀਨਿਊ ਰੱਖਦੇ ਹੋਏ ਵੱਖਰੇ ਵੱਖਰੇ ਤਰੀਕਿਆਂ ਨਾਲ ਔਰਤਾਂ ਨੂੰ ਨਾਲ ਜੋੜਨ ਦੀ ਕੋਸ਼ਿਸ਼ ਲਗਾਤਾਰ ਕੀਤੀ ਉਹਨਾਂ ਨੇ। ਇਹ ਵੀ ਸੱਚ ਹੈ ਜੀ, ਜਿਵੇਂ ਜਿਸ ਤਰ੍ਹਾਂ ਇਹ ਸਾਰਾ ਜਿਹੜਾ ਲਗਾਤਾਰ ਨਿਰੰਤਰ ਜਿਹੜਾ ਵਰਤਾਰਾ ਚੱਲਦਾ ਰਿਹਾ, ਉਹ ਵਰਤਾਰਾ ਜਦੋਂ ਅਸੀਂ ਦੇਖਦੇ ਹਾਂ ਗੁਰੂ ਸਾਹਿਬਾਨ, ਮਾਤਾ ਗੁਜਰੀ ਜੀ ਜਦੋਂ ਸ਼ਹਾਦਤਾਂ ਦਾ ਇਤਿਹਾਸ ਵੀ ਪੜ੍ਹਦੇ ਹਾਂ, ਉਹਨਾਂ ਸ਼ਹਾਦਤਾਂ ਦੇ ਇਤਿਹਾਸ ਦੇ ਵਿੱਚ ਵੀ ਸਾਡੇ ਸਾਹਮਣੇ ਹੈ ਕਿ ਬਾਲ ਸਾਹਿਬਜ਼ਾਦਿਆਂ ਦੇ ਨਾਲ ਬਾਬਾ ਜੀ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਉਹਨਾਂ ਦੇ ਨਾਲ ਮਾਤਾ ਗੁਜਰੀ ਬਜ਼ੁਰਗ ਜਿਹੜੇ ਨੇ ਅਗਵਾਈ ਦਿੰਦੇ, ਸ਼ਹਾਦਤ ਪਾਉਂਦੇ ਨੇ। ਮਾਈ ਭਾਗੋ ਜੀ ਦਾ ਇਤਿਹਾਸ ਹੈ। ਬਹੁਤ ਸੂਰਵੀਰ ਔਰਤਾਂ ਜਿਹੜੀਆਂ ਨੇ, ਜਿਨ੍ਹਾਂ ਨੇ ਇਤਿਹਾਸ ਕਾਇਮ ਕੀਤੇ ਨੇ, ਇਹ ਸਾਡੀਆਂ ਮਿਸਾਲਾਂ ਸਾਡੇ ਇਤਿਹਾਸ ਵਾਸਤੇ ਨੇ। ਅਤੇ ਜਿੱਥੋਂ ਤੱਕ ਕੁਦਰਤ ਨੂੰ ਜਾਂ ਰੱਬ ਨੂੰ ਜਾਂ ਗੁਰੂ ਨੂੰ ਔਰਤ ਦੇ ਤੌਰ 'ਤੇ ਇਹ ਕਹਿਣਾ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਧਰਤੀ ਨੂੰ ਮਾਤਾ ਦੇ ਤੌਰ 'ਤੇ ਇਹ ਸਤਿਕਾਰ ਦੇਣਾ। ਇਸੇ ਤਰ੍ਹਾਂ ਜਿਹੜਾ ਗੁਰੂ ਵੀ ਹੈ, ਗੁਰੂ ਨੂੰ ਵੀ ਇੱਕ ਮਾਂ ਦੇ ਤੌਰ 'ਤੇ ਪਹਿਲਾਂ ਸਤਿਕਾਰ ਦਿੱਤਾ ਜਾਂਦਾ। ਇਹ ਵੀ ਸਾਡੇ ਮਹਾਨ ਫਲਸਫੇ ਦਾ, ਸਿਧਾਂਤ ਦਾ ਪਹਿਲੂ ਹੈ। ਹੁਣ ਜਦੋਂ ਅਸੀਂ ਇਹਨਾਂ ਇਤਿਹਾਸਕ ਪ੍ਰਸੰਗਾਂ ਨੂੰ ਦੇਖਦੇ ਹਾਂ, ਉੱਥੇ ਸਾਨੂੰ ਇਹ ਦੇਖਣਾ ਪੈਣਾ ਕਿ ਜਿਹੜੀ ਸਮਾਜ ਦੇ ਵਿੱਚ ਉਹ ਗਿਰਾਵਟ ਚੱਲਦੀ ਆਈ, ਜਿਸ ਗਿਰਾਵਟ ਨੂੰ ਚਾਹੇ ਪੱਛਮੀ ਦੇਸ਼ਾਂ ਦੇ ਵਿੱਚ ਵੋਟ ਨਾ ਪਾਉਣ ਦੇ ਹੱਕ ਦੇ ਤੌਰ 'ਤੇ, ਧੱਕੇਸ਼ਾਹੀ ਦੇ ਤੌਰ 'ਤੇ ਵਰਤਿਆ ਗਿਆ, ਭਾਰਤ ਦੇ ਵਿੱਚ ਵੀ ਵਰਤਿਆ ਗਿਆ। ਜਿਨ੍ਹਾਂ ਲੋਕਾਂ ਨੇ ਇਸ ਦੇ ਪ੍ਰਤੀ ਇਨਕਲਾਬੀ ਸੋਚ ਰੱਖੀ, ਉਹ ਸਾਡੇ ਸਤਿਕਾਰ ਦੇ ਪਾਤਰ ਨੇ। ਪਰ ਔਰਤ ਨਾਲ ਜ਼ਿਆਦਤੀ ਦੇ ਜੇ ਇਤਿਹਾਸ ਨੂੰ ਦੇਖੀਏ, ਜੇ ਭਾਰਤ ਦੀ ਗੱਲ ਕਰਦੇ ਹਾਂ ਜਾਂ ਪੱਛਮੀ ਦੇਸ਼ਾਂ ਦੀ ਗੱਲ ਕਰਦੇ ਹਾਂ, ਕਿਤੇ ਵੀ ਹੈ ਲੈ ਦੇ ਕੇ ਔਰਤ ਦੇ ਨਾਲ ਧੱਕੇਸ਼ਾਹੀ ਹਰ ਥਾਂ 'ਤੇ ਹੋਈ ਹੈ। ਅਤੇ ਇਹ ਇੱਕ ਬੜਾ ਵੱਡਾ ਸੰਤਾਪ ਵੀ ਹੈ, ਵਿਡੰਬਣਾ ਵੀ ਹੈ ਕਿ ਹੋਰ ਗੱਲਾਂ 'ਤੇ ਅਸੀਂ ਕਹਿੰਦੇ ਪੱਛਮੀ ਮੁਲਕ ਬੜੇ ਅਗਾਂਹ ਵਧੂ ਨੇ,
ਪਰ ਇਸ ਗੱਲ ਦੇ ਵਿੱਚ ਉਹ ਬਿਲਕੁਲ ਫਾਡੀ ਰਹੇ ਆ। ਹੁਣ ਇਹਨਾਂ ਪੱਛਮੀ ਮੁਲਕਾਂ ਦੇ ਵਿੱਚ ਵੀ ਅਸੀਂ ਦੇਖੋ ਕਿ ਜੇ 20ਵੀਂ ਸਦੀ ਤੱਕ ਔਰਤ ਨੂੰ ਵੋਟ ਪਾਉਣ ਦਾ ਹੱਕ ਨਹੀਂ ਸੀ, ਆ ਹੁਣ ਪਿਛਲੇ ਕੁਝ ਸਮਿਆਂ ਦੌਰਾਨ ਹੀ ਇਹ ਸਾਰਾ ਕੁਝ ਮਿਲਿਆ। ਤੇ ਇਹਨਾਂ ਨੂੰ ਜਿਨ੍ਹਾਂ ਨੂੰ ਅਸੀਂ ਬਹੁਤ ਵੱਡਾ ਦਾਅਵਾ ਕਰਦੇ ਆ ਕਿ ਪੱਛਮ ਦਾ ਚਾਨਣ ਹੈ ਇਹ, ਤੇ ਇਹ ਚਾਨਣ ਤਾਂ ਨਜ਼ਰ ਨਹੀਂ ਆ ਰਿਹਾ। ਸਮੱਸਿਆ ਦੀ ਜੜ ਤਾਂ ਗੁਰਿੰਦਰ ਸਿੰਘ ਦੀ ਪਿੱਤਰ ਸੱਤਾ ਦੇ ਕਰਕੇ ਸਮੱਸਿਆ ਚੱਲਦੀ ਆ ਰਹੀ। ਔਰ ਇਹ ਸਮਾਜ ਕੋਈ ਇਮਿਊਨ ਨਹੀਂ ਇਸ ਤਰ੍ਹਾਂ ਦੀ ਮਤਲਬ ਜਿਹੜੀ ਸੋਚ ਤੋਂ ਇਮਿਊਨ ਨਹੀਂ ਹੋ ਸਕਦੇ, ਪਰ ਚਾਹੇ ਜਿੰਨਾ ਮਰਜ਼ੀ ਵਿਕਾਸ ਹੋ ਗਿਆ ਹੋਵੇ। ਇਹ ਵੀ ਨਹੀਂ ਭੁੱਲਣਾ ਚਾਹੀਦਾ ਕਿ ਇਹ ਜਿਹੜੇ ਸਮਾਜ ਨੇ ਇਹਨਾਂ ਦੇ ਪਿੱਛੇ ਵੀ ਇੱਕ ਤਰੀਕੇ ਦੀ ਕ੍ਰਿਸਚਨ ਫੰਡਾਮੈਂਟਲਿਜ਼ਮ ਵਾਲੀ ਸੋਚ ਭਰੂ ਹੈ, ਜਿਸ ਦੇ ਚਲਦਿਆਂ ਵੇਖੋ ਕਿ ਅਮਰੀਕਾ ਵਿੱਚ ਕਿੰਨੇ ਲੰਬੇ ਸਮੇਂ ਤੱਕ ਕਿਹਾ ਗਿਆ ਕਿ ਕੋਈ ਸਿਆਹ ਨਸਲ ਦਾ ਵਿਅਕਤੀ ਇੱਥੇ ਰਾਸ਼ਟਰਪਤੀ ਬਣ ਹੀ ਨਹੀਂ ਸਕਦਾ, ਔਰਤ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ। ਔਰ ਅਜੇ ਤੱਕ ਔਰਤ ਰਾਸ਼ਟਰਪਤੀ ਨਹੀਂ ਬਣ ਸਕੀ। ਹਾਲਾਂਕਿ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਰਹਿ ਚੁੱਕੀ ਔਰਤ ਥੋੜ੍ਹੇ ਸਮੇਂ ਲਈ, ਕਿਮ ਕੈਂਪਬਲ, ਪਰ ਉੱਥੇ ਇਤਿਹਾਸ ਜਿਹੜਾ ਹੈ ਅਜੇ ਉਹ ਕਰਵਟ ਨਹੀਂ ਲੈ ਸਕਿਆ। ਔਰ ਉੱਥੇ ਸਿਆਹ ਨਸਲ ਦਾ ਵਿਅਕਤੀ ਇੱਕ ਰਾਸ਼ਟਰਪਤੀ ਬਣਿਆ, ਬਰਾਕ ਓਬਾਮਾ ਬੜੇ ਚਿਰਾਂ ਬਾਅਦ ਬਣਿਆ। ਤੇ ਇਹ ਸਾਰੀਆਂ ਗੱਲਾਂ ਦੱਸਦੀਆਂ ਨੇ ਕਿ ਕਿਤੇ ਨਾ ਕਿਤੇ ਪਿੱਤਰ ਸੱਤਾ ਵੀ ਹੈ, ਨਸਲਵਾਦ ਵੀ ਹੈ। ਔਰ ਸੋਚ ਉਹਨਾਂ ਲੋਕਾਂ ਦੀ ਹੈ ਜਿਹੜੇ ਤਕੀਆਨੂਸੀ ਜਾਂ ਰੂੜੀਵਾਦੀ ਸੋਚ ਰੱਖਦੇ। ਜਦੋਂ ਅਸੀਂ ਰੂੜੀਵਾਦੀ ਸੋਚ ਦੀ ਗੱਲ ਕਰਦੇ ਹਾਂ ਲੋਕਾਂ ਦੀ, ਚਾਹੇ ਉਹ ਜਿਸ ਤਰ੍ਹਾਂ ਦੇ ਮਰਜ਼ੀ ਫੰਡਾਮੈਂਟਲਿਸਟ ਹੋਣ, ਚਾਹੇ ਸਿੱਖ ਧਰਮ 'ਚ ਵੀ ਬੈਠੇ ਹੋਣ, ਅਖੀਰ 'ਚ ਘੁੰਮ ਫਿਰ ਕੇ ਸਾਰੇ ਹੀ ਔਰਤਾਂ ਦੇ ਦੁਖੀ ਹੋਣੇ ਪੜਦੇ। ਇਹ ਸਾਂਝ ਸਾਰਿਆਂ 'ਚ ਰਹੀ ਹੈ ਜੀ। ਚਾਹੇ ਤਾਲਿਬਾਨ ਦੇ ਰਾਜ ਦੀ ਗੱਲ ਕਰ ਲਈਏ, ਚਾਹੇ ਇੱਥੇ ਸੱਜੇ ਪੱਖੀਆਂ ਦੀ ਗੱਲ ਕਰ ਲਈਏ ਅਮਰੀਕਾ ਵਿੱਚ, ਚਾਹੇ ਕਿਸੇ ਹੋਰ ਮੁਲਕ ਦੀ ਗੱਲ ਆਪਾਂ ਕਰ ਲਈਏ, ਉੱਥੇ ਜਿੱਥੇ ਔਰਤਾਂ ਦੀ ਗੱਲ ਆ ਜਾਂਦੀ ਉੱਥੇ ਸਭ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਛਾਪੇ ਮਾਰੇ ਇਹਨਾਂ ਦੇ ਹੱਕਾਂ ਦੇ ਉੱਤੇ। ਹਰ ਤਰ੍ਹਾਂ ਦੇ ਕੱਟੜਪੰਥੀਆਂ ਨੇ, ਹਰ ਤਰ੍ਹਾਂ ਦੇ ਰੂੜੀਵਾਦੀ ਸਮਾਜ ਵਿੱਚ ਔਰਤਾਂ ਲਈ ਬਿਲਕੁਲ ਸਹੀ ਹੈ ਇਹ ਗੱਲ ਕਹੀ ਜਾ ਸਕਦੀ ਦਾਅਵੇ ਨਾਲ ਕਿ ਉਹਨਾਂ ਲਈ ਕੋਈ ਇਹੋ ਜਿਹੀ ਥਾਂ ਨਹੀਂ ਜਿੱਥੇ ਉਹ ਬਿਲਕੁਲ 100% ਮਹਿਫੂਜ਼ ਨੇ ਜਾਂ ਉਹਨਾਂ ਨੂੰ ਬਰਾਬਰ ਸਮਝਿਆ ਗਿਆ। ਅਜੇ ਵੀ ਬਹੁਤ ਕੁਝ ਕਰਨਾ ਜ਼ਰੂਰੀ ਹੈ, ਬਹੁਤ ਕੁਝ ਕਰਨ ਦੀ ਲੋੜ ਹੈ। ਔਰ ਇਕੱਲੀ ਇਹ ਔਰਤਾਂ ਦੀ ਲੜਾਈ ਨਹੀਂ, ਜੇ ਬਾਕੀ ਦੇ ਮਰਦ ਵੀ ਇਸ ਲੜਾਈ ਨੂੰ ਇੱਦਾਂ ਲੈਣ ਕਿ ਇਹ ਸਿਰਫ ਉਹਨਾਂ ਦੀ ਲੜਾਈ ਨਹੀਂ, ਸਾਡੀ ਵੀ ਲੜਾਈ ਹੈ, ਕਿਉਂਕਿ ਸਾਰੇ ਮੁੱਦੇ ਆਪਸ ਵਿੱਚ ਬੱਝੇ ਹੋਏ ਆ। ਮਿਸਾਲ ਦੇ ਤੌਰ 'ਤੇ ਨਸਲਵਾਦ ਦੀ ਗੱਲ ਕਰੀਏ ਜਾਂ ਘੱਟ ਗਿਣਤੀਆਂ ਨਾਲ ਹੁੰਦੇ ਅਤਿਆਚਾਰ ਦੀ ਗੱਲ ਕਰੀਏ, ਉੱਥੇ ਜਿਹੜੀ ਔਰਤ ਹੈ ਉਹ ਸਗੋਂ ਮਰਦ ਨਾਲੋਂ ਕਿਤੇ ਵੱਧ ਉਸ ਨੂੰ ਸਹਿਣ ਕਰਦੀ ਹੈ, ਕਿਉਂਕਿ ਜਿਹੜਾ ਮਰਦ ਹੈ ਉਹ ਮਰਦ ਹੋਣ ਕਰਕੇ ਉਸ ਨੂੰ ਕਈ ਤਰ੍ਹਾਂ ਦੀਆਂ ਛੋਟਾਂ ਨੇ, ਔਰਤਾਂ ਨੂੰ ਛੋਟਾਂ ਹੈ ਨਹੀਂ ਗੀਆਂ। ਸੋ ਇੱਕ ਤਾਂ ਲਿੰਗ ਕਰਕੇ, ਦੂਜਾ ਨਸਲ ਕਰਕੇ, ਦੋਹਰੀ ਮਾਰ ਚੱਲਦੀਆਂ ਨੇ। ਸੋ ਇੰਟਰਸੈਕਸ਼ਨੈਲਿਟੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਔਰ ਜੇ ਅਸੀਂ ਇਹਨੂੰ ਸਮਝਾਂਗੇ ਤਾਂ ਸਾਨੂੰ ਇਹ ਸਮਝ ਆਊਗੀ ਗੱਲ ਕਿ ਵਾਕਈ ਸਾਨੂੰ ਇੱਕ ਦੂਜੇ ਦੀ ਲੋੜ ਆ। ਮਰਦਾਂ ਨੂੰ ਔਰਤਾਂ ਦੀ, ਔਰਤਾਂ ਨੂੰ ਮਰਦਾਂ ਦੀ, ਇਸ ਕਿਸਮ ਦੀ ਇੱਕ ਲੜਾਈ ਵਾਸਤੇ, ਤਾਂ ਜੋ ਇੱਕ ਵਧੀਆ ਸਮਾਜ ਬਣਾਇਆ ਜਾ ਸਕੇ। ਉਹ ਲੜਾਈ ਕਦੇ ਵੀ ਜਿੱਤੀ ਨਹੀਂ ਜਾ ਸਕਦੀ ਜੇ ਇਹ ਦੋ ਲਿੰਗ ਇਕੱਠੇ ਹੋ ਕੇ ਨਾ ਤੁਰਨ। ਇਹ ਸਮਝਣਾ ਬਹੁਤ ਜ਼ਰੂਰੀ ਹੈ। ਇਹ ਵੀ ਜਦੋਂ ਅਸੀਂ ਕਹਿੰਦੇ ਹਾਂ ਕਿ ਮਰਦ ਤੇ ਔਰਤ ਦੋਵੇਂ ਜਿਹੜੇ ਇੱਕ ਬਰਾਬਰ ਨੇ, ਇੱਕ ਪੱਧਰ ਨੇ, ਦੋਵਾਂ ਦੇ ਵਿੱਚੋਂ ਕੋਈ ਵੱਡਾ ਜਾਂ ਛੋਟਾ ਜਾਂ ਇਹਨਾਂ ਦਾ ਇਉਂ ਤਾਂ ਤੁਲਨਾ ਕੀਤੀ ਨਹੀਂ ਜਾ ਸਕਦੀ। ਜੇ ਅਸੀਂ ਇਹ ਮੰਨ ਕੇ ਚੱਲਦੇ ਹਾਂ ਕਿ ਜੇ ਅੱਗੇ ਵੰਸ਼ ਨੂੰ ਵੀ ਚਲਾਉਂਦੇ ਆ, ਪਰਿਵਾਰ ਨੂੰ ਵੀ ਚਲਾਉਂਦੇ ਆ, ਜਾਂ ਆਪਣੇ ਦੋਨਾਂ ਦੇ ਇੱਕ ਵਿਲੱਖਣ ਜਿਹੜੇ ਕੁਦਰਤ ਨੇ ਰੂਪ, ਅੰਗ, ਆਕਾਰ ਬਣਾਏ ਹੋਏ ਆ, ਉਹਨਾਂ ਦਾ ਸੁਮੇਲ ਹੈ, ਇਹੀ ਸੰਸਾਰ ਨੂੰ ਅੱਗੇ ਇੰਨਾ ਖੂਬਸੂਰਤ ਬਣਾਉਂਦਾ ਹੈ। ਪਰ ਜਦੋਂ ਔਰਤ ਦੇ ਸਤਿਕਾਰ ਦੀ ਗੱਲ ਹੁੰਦੀ ਹੈ, ਉਸ ਵੇਲੇ ਮਰਦ ਜਿਹੜਾ ਹੈ ਉਹ ਧੱਕੇਸ਼ਾਹੀ ਕਰਦਾ। ਇਹ ਧੱਕੇਸ਼ਾਹੀ ਦੀਆਂ ਮਿਸਾਲਾਂ ਜਿਹੜੀਆਂ ਨੇ ਅਸੀਂ ਕੈਨੇਡਾ ਦੀ ਧਰਤੀ 'ਤੇ ਵੀ ਦੇਖ ਸਕਦੇ ਹਾਂ। ਪਹਿਲੀ ਰੂਪ ਦੇ ਵਿੱਚ ਤਾਂ ਡੋਮੈਸਟਿਕ ਵਾਇਲੈਂਸ, ਘਰੇਲੂ ਹਿੰਸਾ ਦਾ ਸ਼ਿਕਾਰ ਬਹੁਤ ਸਾਰੀਆਂ ਔਰਤਾਂ ਹੁੰਦੀਆਂ ਨੇ, ਅਤੇ ਜੋ ਉਹਨਾਂ ਨਾਲ ਧੱਕਾ ਹੁੰਦਾ ਉਸ ਨੂੰ ਦੇਖ ਕੇ ਕਈ ਵਾਰ ਹੈਰਾਨੀ ਹੁੰਦੀ ਹੈ ਕਿ ਇੰਨੀ ਜ਼ਿਆਦਤੀ ਹੋ ਰਹੀ ਹੈ। ਇੱਥੇ ਸਾਡੇ ਅਨੇਕਾਂ ਮਿਸਾਲਾਂ ਨੇ ਜਿਨ੍ਹਾਂ ਨੂੰ ਅਸੀਂ ਦੇਖ ਕੇ ਇਸ ਦਾ ਪੜਚੋਲ ਕਰ ਸਕਦੇ ਹਾਂ। ਕੈਨੇਡਾ ਦੀ ਦੇਖੋ ਸਭ ਤੋਂ ਵੱਡੀ ਮਿਸਾਲ ਤਾਂ ਇਹ ਕਿ ਜਿਹੜੀ ਇੱਥੋਂ ਦੀ ਮੂਲ ਵਾਸੀ ਔਰਤਾਂ ਕਿੰਨੇ ਲੰਬੇ ਸਮੇਂ ਤੋਂ ਲਾਪਤਾ ਹੋ ਰਹੀਆਂ, ਕਤਲ ਹੋ ਰਹੀਆਂ, ਜਿਹੜਾ ਕਿ ਇਹਨੂੰ ਅਸੀਂ ਕਹਿ ਸਕਦੇ ਢਾਂਚਾਗਤ ਨਸਲਵਾਦੀ ਇੱਕ ਮਿਸਾਲ ਹੈ। ਔਰਤਾਂ ਦੀ ਮੂਲ ਵਾਸੀ ਔਰਤਾਂ ਦੀ ਆਬਾਦੀ ਤੁਸੀਂ ਵੇਖੋ ਕਿ ਜੇ 4% ਆਬਾਦੀ ਮੂਲ ਵਾਸੀਆਂ ਦੀ, ਪਰ ਜੇਲ੍ਹਾਂ 'ਚ ਆਪਣੇ ਆਬਾਦੀ ਦੇ ਲਿਹਾਜ਼ ਨਾਲ ਕਿਤੇ ਵੱਧ ਤਾੜੇ ਪਏ ਆ। ਘਰੇਲੂ ਹਿੰਸਾ ਦਾ ਵੀ ਸ਼ਿਕਾਰ ਵੱਧ ਤੋਂ ਵੱਧ ਉਹ ਔਰਤਾਂ ਹੋ ਰਹੀਆਂ, ਨਸਲਵਾਦ ਦਾ ਸ਼ਿਕਾਰ ਤਾਂ ਹੋ ਹੀ ਰਹੇ ਨੇ, ਪਰ ਹਿੰਸਾ, ਕਤਲ, ਬਲਾਤਕਾਰ, ਲਿੰਗਕ ਹਿੰਸਾ, ਇਸ ਮਾਮਲੇ ਵਿੱਚ ਵੀ ਉਹਨਾਂ ਦੀ ਪ੍ਰਤੀਨਿਧਤਾ ਆਬਾਦੀ ਦੇ ਮੁਕਾਬਲੇ ਵੱਧ ਹੋਏਗੀ ਜੀ। ਸੋ ਉਹ ਆਪਣੇ ਆਪ 'ਚ ਇੱਕ ਮਿਸਾਲ ਹੈ ਢਾਂਚਾਗਤ ਨਸਲਵਾਦ ਦੀ। ਮੈਂ ਤਾਂ ਹੀ ਉਹ ਗੱਲ ਕਹਿ ਰਿਹਾ ਸੀ ਕਿ ਜਦੋਂ ਇਹ ਜੇ ਆਪਾਂ ਵਧੀਆ ਸਮਾਜ ਸਿਰਜਣ ਦੀ ਲੜਾਈ ਲੜਨੀ ਹੈ ਤਾਂ ਸਾਨੂੰ ਇਹ ਨਿਸ਼ਚਾ ਕਰਨਾ ਪੈਣਾ ਕਿ ਇਹ ਜਿਹੜੀ ਔਰਤਾਂ ਦਾ ਮੁੱਦਾ ਸਿਰਫ ਔਰਤਾਂ ਦਾ ਨਹੀਂ ਗਾ, ਇਹ ਸਭ ਦਾ ਸਾਂਝਾ ਮੁੱਦਾ। ਅਸੀਂ ਜਦੋਂ ਨਾਅਰੇ ਲਾਉਂਦੇ ਕਿ ਇੱਕ 'ਤੇ ਹਮਲਾ, ਸਭ 'ਤੇ ਹਮਲਾ, ਤਾਂ ਉਸ ਨੁਕਤੇ ਤੋਂ ਜੇ ਗੱਲ ਕਰੀਏ ਤਾਂ ਔਰਤਾਂ ਦੀ ਲੜਾਈ ਇਕੱਲੀ ਔਰਤਾਂ ਦੀ ਨਹੀਂ ਹੈ। ਉਹ ਲੜਾਈ ਉਹਨਾਂ ਮਰਦਾਂ ਦੀ ਵੀ ਹੈ ਜਿਹੜੇ ਆਪਣੇ ਆਪ ਨੂੰ ਸਮਾਜਿਕ ਨਿਆਂ ਦੇ ਮੁਜੱਸਮੇ ਸਮਝਦੇ ਨੇ ਜਾਂ ਉਸ ਦੇ ਝੰਡਾ ਬਰਦਾਰ ਬਣੇ ਫਿਰਦੇ। ਉਹਨਾਂ ਨੂੰ ਵੀ ਇਹ ਲੜਾਈ ਮੋਹਰੇ ਹੋ ਕੇ ਲੜਨੀ ਪੈਣੀ ਔਰਤਾਂ ਦੇ ਨਾਲ ਜੀ। ਇਹ ਗੱਲ ਸਹੀ ਹੈ ਬਿਲਕੁਲ ਕਿ ਬੇਸ਼ੱਕ ਔਰਤਾਂ ਦੀਆਂ ਸੰਸਥਾਵਾਂ ਔਰਤਾਂ ਦੇ ਹੱਕਾਂ ਲਈ ਬਣੀਆਂ ਹੋਈਆਂ, ਪਰ ਹੈਰਾਨੀ ਇਹ ਹੈ ਕਿ ਇਹ ਗੱਲ ਇਤਰਾਜ਼ਯੋਗ ਲੱਗਦੀ ਹੈ ਕਿ ਔਰਤਾਂ ਹੀ ਔਰਤਾਂ ਲਈ ਕਿਉਂ ਸੰਘਰਸ਼ ਕਰਨ, ਜਦ ਕਿ ਐਸੀ ਗੱਲ ਜਿਹੜੀ ਹੈ
ਜੱਚਦੀ ਨਹੀਂ। ਇਹ ਸੰਸਥਾਵਾਂ ਕੇਵਲ ਔਰਤਾਂ ਦੀਆਂ ਨਹੀਂ, ਮਰਦ ਤੇ ਔਰਤਾਂ ਦੋਹਾਂ ਦੀਆਂ ਹੋਣੀਆਂ ਚਾਹੀਦੀਆਂ। ਤੇ ਇਹਨਾਂ ਨੂੰ ਮਿਸਾਲਾਂ ਦੇ ਤੌਰ ਤੇ ਵੀ ਜਦੋਂ ਅਸੀਂ ਦੇਖਦੇ ਹਾਂ ਤਾਂ ਫਿਰ ਇੱਕ ਦੂਜੇ ਨਾਲ ਮਿਲ ਕੇ ਇਹ ਕੰਮ ਕਰਨਾ ਚਾਹੀਦਾ। ਪਰ ਦੂਸਰੇ ਪਾਸੇ ਇਸ ਗੱਲ ਨੂੰ ਵੀ ਝੁਠਲਾਇਆ ਨਹੀਂ ਸਕਦਾ ਕਿ ਜੇ ਇਹ ਅਖਾਣ ਵੀ ਪ੍ਰਚਲਿਤ ਹੈ ਔਰਤ ਔਰਤ ਦੀ ਦੁਸ਼ਮਣ, ਇਸ ਦੀਆਂ ਮਿਸਾਲਾਂ ਅਸੀਂ ਦੇਖਦੇ ਹਾਂ। ਪਿੱਛੇ ਜੇ ਇੱਕ ਘਟਨਾ ਹੋਈ ਦਿੱਲੀ ਦੇ ਵਿੱਚ, ਇਹ ਘਟਨਾ ਸਾਨੂੰ ਦੇਖਣ ਨੂੰ ਮਿਲੀ। ਭਾਰਤ ਦੀ ਰਾਜਧਾਨੀ ਜਿਹੜਾ ਕਿ ਆਪਣੇ ਆਪ ਨੂੰ ਇਸ ਵੇਲੇ ਬਹੁਤ ਡੈਮੋਕ੍ਰੈਟਿਕ ਵੇ ਦੇ ਵਿੱਚ ਸਭ ਤੋਂ ਵੱਡਾ ਲੋਕ ਰਾਜ ਕਿਹਾ ਜਾਂਦਾ, ਇੱਕ ਔਰਤ, ਉਹ ਬੱਚੀ ਜਿਹੜੀ ਕਿ ਇੱਕ ਪਰਿਵਾਰ ਦੇ ਨਾਲ ਸੰਬੰਧਿਤ ਸੀ ਤੇ ਉਸ ਦਾ ਗੁਆਂਢੀ ਜਿਹੜਾ ਲੜਕਾ ਸੀ ਉਸ ਦੇ ਨਾਲ ਲਗਾਤਾਰ ਜਿਹੜਾ ਹੈ ਧੱਕੇ ਨਾਲ ਉਸ ਵਿਆਹੁਤਾ ਔਰਤ ਦੇ ਨਾਲ ਸੰਬੰਧ ਬਣਾਉਣ ਦੀ ਕੋਸ਼ਿਸ਼ ਸੀ, ਪਰ ਉਸ ਨੇ ਵਿਰੋਧ ਕੀਤਾ, ਮੁੰਡਾ ਜਿਹੜਾ ਮਰ ਗਿਆ। ਤੇ ਉਹ ਔਰਤ ਜਿਹੜੀ ਉਸ ਦੇ ਗੁਆਂਢ ਦੇ ਵਿੱਚ ਜਿਹੜੇ ਪਰਿਵਾਰ ਦੀਆਂ ਸਾਰੀਆਂ ਔਰਤਾਂ ਸੀ, ਉਹਨਾਂ ਸਾਰੀਆਂ ਔਰਤਾਂ ਨੇ ਉਸ ਨੂੰ ਮੂੰਹ ਕਾਲਾ ਕਰਕੇ ਉਹਦਾ ਜਲੂਸ ਕੱਢਿਆ, ਉਸ ਦੇ ਕੇਸ ਕੱਟੇ। ਉਸ ਇੱਕ ਪਰਿਵਾਰ ਨਾਲ ਸੰਬੰਧ ਸੀ। ਫਿਰ ਉਸ ਦੇ ਨਾਲ ਸਮੂਹਿਕ ਬਲਾਤਕਾਰ ਕਰਨ ਲਈ ਘਰ ਦੇ ਮੁੰਡਿਆਂ ਨੂੰ ਉਕਸਾਇਆ। ਤੇ ਉਹ ਚੀਜ਼ ਜਦੋਂ ਔਰਤਾਂ ਹੀ ਸਾਰਾ ਹਜੂਮ ਪੇਸ਼ ਕਰਕੇ ਕਰ ਰਹੀਆਂ ਸਨ, ਉਸ ਵੇਲੇ ਇਹ ਮਾਨਸਿਕਤਾ ਲੱਗਦੀ ਸੀ ਕਿ ਇਹ ਇਸ ਤਰ੍ਹਾਂ ਦਾ ਵਰਤਾਰਾ ਵੀ ਸੁਸਾਇਟੀ ਦੇ ਵਿੱਚ ਹੈ, ਉਹ ਵੀ ਔਰਤ ਬਨਾਮ ਔਰਤ ਲਈ, ਜਦ ਕਿ ਔਰਤ ਔਰਤ ਦੇ ਲਈ ਖੜਨ ਜਾਂ ਹੱਕਾਂ ਦੀ ਗੱਲ ਕਰਦੀ ਹੈ। ਆਹ ਜਿਹੜੀ ਤਾਜ਼ਾ ਮਿਸਾਲ ਸੀ ਇਹ ਤਾਂ ਇੱਕ ਹੈ, ਐਸੀਆਂ ਅਨੇਕਾਂ ਹੋਰ ਹੋਣਗੀਆਂ, ਪਰ ਇਸ ਨੇ ਉਹ ਤਸਵੀਰ ਪੇਸ਼ ਕਰ ਦਿੱਤੀ ਕਿ ਜਿਹੜਾ ਵੈਸ਼ਿਆਨਾ ਪੱਖ ਹੈ ਨਾ, ਉਹ ਐਡਾ ਖਤਰਨਾਕ ਹੈ ਕਿ ਔਰਤ ਇਹ ਸੋਚਣ ਦੀ ਥਾਂ 'ਤੇ ਕਿ ਇਹ ਸਾਡੇ ਵਰਗੀ ਕੋਈ ਪੀੜਤ ਔਰਤ ਹੈ, ਇਸ ਨੂੰ ਬਚਾਈਏ, ਉਸ 'ਤੇ ਹਮਲਾ ਕਰ ਰਹੀ ਹੈ। ਦੇਖੋ, ਇਹ ਆਪਣੇ ਆਪ 'ਚ ਕੋਈ ਪਹਿਲਾ ਕਿੱਸਾ ਨਹੀਂ ਇਹੋ ਜਿਹਾ। ਇਸ ਤੋਂ ਪਹਿਲਾਂ ਤੁਹਾਨੂੰ ਹੋਰ ਵੀ ਬੜੇ ਕਿੱਸੇ ਮਿਲਣਗੇ। ਗੁਜਰਾਤ ਕਤਲੇਆਮ ਦੀ ਗੱਲ ਕਰੋ, ਮਾਇਆ ਕੋਡਨਾਨੀ ਕੌਣ ਸੀਗੀ? ਹਾਂ, ਇੱਕ ਔਰਤ ਵਿਧਾਇਕਾ ਸੀ ਬੀਜੇਪੀ ਦੀ, ਜਿਹੜੀ ਕਤਲੇਆਮ ਵਿੱਚ ਸ਼ਾਮਲ ਸੀ। ਉਸ ਕਤਲੇਆਮ ਦੌਰਾਨ ਬਲਾਤਕਾਰ ਵੀ ਹੋਏ ਨੇ, ਪਰ ਕਿਉਂਕਿ ਉਹ ਬਲਾਤਕਾਰ ਘੱਟ ਗਿਣਤੀ ਔਰਤਾਂ ਦੇ ਹੋਏ, ਬਦਲਾ ਲਊ ਭਾਵਨਾ ਨਾਲ ਕੀਤੇ ਗਏ, ਉਹਨਾਂ ਔਰਤਾਂ ਦੇ ਜਿਸਮਾਂ ਨੂੰ ਮੈਦਾਨੇ ਜੰਗ ਬਣਾ ਕੇ ਵਰਤਿਆ ਗਿਆ, ਬਲਾਤਕਾਰ ਨੂੰ ਹਥਿਆਰ ਬਣਾ ਕੇ ਵਰਤਿਆ ਗਿਆ। ਕਿਉਂਕਿ ਮਾਇਆ ਕੋਡਨਾਨੀ ਬੀਜੇਪੀ ਦੀ ਵਰਕਰ ਸੀ ਨਾ, ਬੀਜੇਪੀ ਦੀ ਗੱਲ ਉਹਨੇ ਕਰਨੀ ਹੈ। ਉਸੇ ਤਰੀਕੇ ਨਾਲ ਇਸ ਘਟਨਾ ਵਿੱਚ ਵੀ ਸਾਨੂੰ ਸਮਝਣਾ ਪੈਣਾ ਕਿ ਔਰਤਾਂ ਸੰਦ ਕਿੰਨਿਆਂ ਦੀਆਂ ਨੇ। ਜਦੋਂ ਅਸੀਂ ਕਹਿੰਦੇ ਨਾ ਕਿ ਔਰਤਾਂ ਔਰਤਾਂ ਦੇ ਦੁਸ਼ਮਣ ਨੇ, ਇਸ ਕਥਨ ਦੇ ਨਾਲ ਗੜਬੜੀ ਇਹ ਹੋ ਜਾਂਦੀ ਆ ਕਿ ਅਸੀਂ ਉਹਨਾਂ ਮਰਦਾਂ ਨੂੰ ਬਰੀ ਕਰ ਜਾਂਦੇ ਇੱਕ ਤਰੀਕੇ ਨਾਲ, ਜਿਹੜੇ ਮੁੱਖ ਦੋਸ਼ੀ ਨੇ, ਜਾਂ ਜਿਨ੍ਹਾਂ ਦੇ ਇਸ਼ਾਰਿਆਂ 'ਤੇ ਅਜਿਹਾ ਹੋ ਰਿਹਾ, ਜਾਂ ਜਿਨ੍ਹਾਂ ਨੂੰ ਬਚਾਉਣ ਦੀ ਖਾਤਰ ਇਹ ਔਰਤਾਂ ਸੰਦ ਬਣ ਕੇ ਮੁਰੇ ਆਈਆਂ ਨੇ। ਕਿਉਂਕਿ ਅਖੀਰ ਇਹ ਜਦੋਂ ਭਾਈਚਾਰਕ ਤੌਰ ਦੇ ਉੱਤੇ ਕੋਈ ਸੋਚੇ ਕਿ ਸਾਡੇ ਭਾਈਚਾਰੇ ਦੀ ਨੱਕ ਵੱਢੀ ਗਈ, ਜਾਂ ਅਸੀਂ ਉਸ ਭਾਈਚਾਰੇ ਦੀ ਨੱਕ ਵੱਢ ਕੇ ਬਦਲਾ ਲੈ ਕੇ ਹਿਸਾਬ ਬਰਾਬਰ ਕਰਨਾ, ਉੱਥੇ ਜਾ ਕੇ ਇਹ ਸਾਰੀਆਂ ਗੱਲਾਂ ਜਿਹੜੀਆਂ ਲਾਈਨਾਂ ਮਿਟ ਜਾਂਦੀਆਂ ਉੱਥੇ। ਕਿਉਂਕਿ ਇੱਕੋ ਫਿਰਕੇ ਦੀ ਗੱਲ ਹੁੰਦੀ, ਉੱਥੇ ਉਹ ਔਰਤਾਂ ਉਹਨਾਂ ਮਰਦਾਂ ਦਾ ਸਾਥ ਦੇਣਗੇ ਜਿਹੜੀਆਂ ਉਹਨਾਂ ਦੇ ਫਿਰਕੇ ਦੀ ਪ੍ਰਤੀਨਿਧਤਾ ਕਰ ਰਹੇ। ਸੋ ਉੱਥੇ ਵੀ ਜਿਹੜਾ ਮੁੱਖ ਜਿਹੜਾ ਜਿਸ ਨੂੰ ਲਾਭ ਮੁੱਖ ਤੌਰ 'ਤੇ ਪਹੁੰਚਿਆ, ਜਿਸ ਮਰਦ ਨੂੰ ਜਾਂ ਉਸ ਦੀ ਮਰਦਾਨਗੀ ਨੂੰ ਪੱਠੇ ਪਏ ਆ, ਉੱਥੇ ਔਰਤਾਂ ਉਹਨਾਂ ਦੀ ਸੰਦ ਬਣੀਆਂ। ਸੋ ਇਹ ਨਿਸ਼ਾਨਦੇਹੀ ਕਰਨ ਲਈ ਜ਼ਰੂਰੀ ਹੈ ਕਿ ਤੁਸੀਂ ਇਸ ਗੱਲ ਨੂੰ ਸਮਝੋ। ਜਦੋਂ ਅਸੀਂ ਇਹ ਕਹਿ ਦਿੰਦੇ ਹਾਂ ਕਿ ਸਹਿਜ ਸੁਭਾਵਿਕ ਕਿ ਔਰਤਾਂ ਔਰਤਾਂ ਦੇ ਦੁਸ਼ਮਣ ਨੇ, ਉਹ ਤਾਂ ਕੋਈ ਸੈਂਸ ਨਹੀਂ ਬਣਦੀ ਗੱਲ ਦੀ। ਕੁੱਤੇ ਦਾ ਕੁੱਤਾ ਵੈਰੀ ਦਾ ਕੀ ਮਤਲਬ ਗੱਲ ਦਾ? ਇਹ ਤਾਂ ਆਮ ਜਿਹਾ ਖਾਣ ਨੇ ਆ ਵਾਲੇ। ਪਰ ਸਾਨੂੰ ਇਹ ਵੱਡੀ ਗੇਮ ਸਮਝਣੀ ਪੈਣੀ ਕਿ ਪਿੱਛੇ ਮਾਨਸਿਕਤਾ ਕੀ ਕੰਮ ਕਰ ਰਹੀ ਹੈ। ਜੇ ਔਰਤਾਂ ਉਹਨਾਂ ਮਰਦਾਂ ਨਾਲ ਖੜ ਕੇ ਬਲਾਤਕਾਰ ਕਰਵਾਉਂਦੀਆਂ ਨੇ, ਜਾਂ ਬਲਾਤਕਾਰ ਹੁੰਦਿਆਂ ਨੂੰ ਵੇਖ ਕੇ ਉਹਨਾਂ ਨੂੰ ਤਸੱਲੀ ਮਿਲਦੀ ਹੈ, ਤਾਂ ਜ਼ਾਹਿਰਾ ਤੌਰ 'ਤੇ ਇਹ ਉਹਨਾਂ ਮਰਦਾਂ ਦੇ ਹੱਕ 'ਚ ਜਾ ਰਹੀ ਹੈ ਗੱਲ, ਜਿਹੜੇ ਆਪਣੇ ਇਸ ਕਿਸਮ ਦੀ ਜਿਹੜਾ ਕਹਿੰਦੇ ਮੌਜ ਮੇਲਾ ਕਰਨਾ ਚਾਹੁੰਦੇ ਨੇ। ਠੀਕ ਹੈ ਨਾ? ਸੋ ਉਹ ਔਰਤਾਂ ਉਸ ਘੜੀ ਉਸ ਪਲ ਉਹਨਾਂ ਮਰਦਾਂ ਦੀਆਂ ਇੱਕ ਤਰੀਕੇ ਨਾਲ ਸੰਦ ਹੋ ਨਿਬੜਦੀਆਂ। ਸੋ ਇਸ ਮਾਨਸਿਕਤਾ ਨੂੰ ਸਮਝਣਾ ਜ਼ਰੂਰੀ ਹੈ। ਮਰਦ ਪ੍ਰਧਾਨ ਸੋਚ ਨੂੰ ਹੀ ਪੂਰੀ ਤਰ੍ਹਾਂ ਅਰਪਿਤ ਨੇ। ਉਹਨਾਂ ਨੂੰ ਇਸ ਬਾਰੇ ਕੋਈ ਸੋਝੀ ਨਹੀਂ ਹੁੰਦੀ ਉਸ ਮੌਕੇ 'ਤੇ ਕਿ ਅਸੀਂ ਔਰਤ ਹਾਂ ਜਾਂ ਦੂਜੀ ਔਰਤਾਂ ਨਾਲ ਸਾਡਾ ਖੜਨਾ ਸਾਡਾ ਫਰਜ਼ ਬਣਦਾ। ਇਹ ਬਿਲਕੁਲ ਉਵੇਂ ਹੀ ਹੈ ਕਿ ਜਿਵੇਂ ਜਦੋਂ ਗੋਰਿਆਂ ਨੇ ਰਾਜ ਕੀਤਾ ਹਿੰਦੁਸਤਾਨ 'ਤੇ, ਤਾਂ ਭੂਰੀ ਚਮੜੀ ਦੇ ਲੋਕਾਂ ਵਿੱਚੋਂ ਹੀ ਕੁਝ ਬੰਦੇ ਕੱਢ ਲਏ ਝੋਲੀ ਚੁੱਕ, ਉਹਨਾਂ ਤੋਂ ਹੀ ਡਾਂਗਾਂ ਫਿਰਵਾਈਆਂ ਆਪਣੇ ਹੀ ਬੰਦਿਆਂ ਦੇ ਉੱਤੇ। ਸੋ ਉੱਥੇ ਜੇ ਆਪਾਂ ਇਹ ਕਹੀਏ ਕਿ ਪੰਜਾਬੀ ਦਾ ਵੈਰੀ, ਹਿੰਦੁਸਤਾਨੀ ਦਾ ਵੈਰੀ, ਉਹ ਗੱਲ ਨਹੀਂ ਬਣਦੀ ਵਾਲੀ। ਸਾਨੂੰ ਵੇਖਣਾ ਪੈਣਾ ਕਿ ਮੁੱਖ ਦੁਸ਼ਮਣ ਕੌਣ ਹੈ, ਚਾਲ ਕਿਹਦੀ ਹੈ, ਸ਼ਤਰੰਜ ਦੇ ਮੋਰੇ ਕੌਣ ਨੇ। ਇਹ ਸਾਨੂੰ ਨਿਸ਼ਾਨਦੇਹੀ ਕਰਨੀ ਬਹੁਤ ਜ਼ਰੂਰੀ ਹੈ। ਬਹੁਤ ਬਰੀਕੀ ਦੇ ਨਾਲ ਇਸ ਨੁਕਤੇ ਨੂੰ ਜਿਹੜਾ ਤੁਸੀਂ ਸਾਂਝਾ ਕੀਤਾ, ਅਸੀਂ ਇਸ ਨੁਕਤੇ ਨੂੰ ਇਉਂ ਵੀ ਦੇਖ ਸਕਦੇ ਹਾਂ ਕਿ ਜਿਹੜੀਆਂ ਔਰਤਾਂ ਜਿਨ੍ਹਾਂ ਨੇ ਉਸ ਔਰਤ 'ਤੇ ਹਮਲਾ ਕੀਤਾ, ਜਾਂ ਇਸ ਤਰ੍ਹਾਂ ਗੁਜਰਾਤ ਦੀ ਐਗਜ਼ਾਮਪਲ, ਜਾਂ ਭਾਰਤ ਦੇ ਜਿਹੜੇ ਮੂਲ ਵਾਸੀ ਆ, ਜਿਹੜੇ ਜਿੱਥੇ ਦੱਬੇ ਕੁਚਲੇ ਜਾਂ ਪਿਛੜੇ ਇਲਾਕੇ ਜਿਹਨੂੰ ਕਹਿੰਦੇ ਨੇ, ਜਾਂ ਜਿਨ੍ਹਾਂ ਨੂੰ ਬਿਲਕੁਲ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਭਾਰਤ ਦੇ ਉਹਨਾਂ ਹਾਸ਼ੀਆਗ੍ਰਸਤ ਲੋਕਾਂ, ਜਿਨ੍ਹਾਂ ਦੇ ਦਰਾਵਿੜ ਲੋਕਾਂ ਦੀਆਂ ਜਾਂ ਉਹਨਾਂ ਦੀਆਂ ਨਸਲਾਂ ਨੇ, ਉਹਨਾਂ ਦੇ ਵਿੱਚ ਔਰਤਾਂ ਦੇ ਨਾਲ ਜਿਹੜਾ ਧੱਕਾ ਜਾਂ ਜ਼ਿਆਦਤੀ ਹੁੰਦੀ ਹੈ, ਉਹ ਗੱਲ ਅੱਜ ਵੀ ਸਾਡੇ ਸਾਹਮਣੇ ਹੈ। ਕਿਉਂਕਿ ਉਹ ਪ੍ਰਥਾ, ਦਾਸੀ ਪ੍ਰਥਾ, ਜਾਂ ਸ਼ੂਦਰ ਦੀ ਔਰਤ ਬ੍ਰਾਹਮਣ ਭੋਗ ਸਕਦਾ,
ਤੇ ਉਸ ਨੂੰ ਪਰ ਆਪਣਾ ਜਿਹੜਾ ਹੈ ਉਹਦੇ ਹੱਥ ਦਾ ਖਾਣਾ ਨਹੀਂ ਖਾ ਸਕਦਾ। ਕਮਾਲ ਹੈ ਇਹੋ ਜਿਹੀਆਂ ਉਦਾਹਰਨਾਂ। ਹੁਣ ਇਹ ਉਦਾਹਰਨਾਂ ਉੱਥੇ ਨਹੀਂ, ਕੈਨੇਡਾ ਦੇ ਵਿੱਚ ਵੀ ਹੈ। ਇੱਥੇ ਨੇਟਿਵਸ ਮੂਲ ਵਾਸੀ ਔਰਤਾਂ, ਇਹਨਾਂ ਨਾਲ ਹਮਲੇ, ਇਹਨਾਂ ਤੇ ਜਿਨਸੀ ਹਮਲੇ, ਉਹਨਾਂ ਦੀਆਂ ਘਟਨਾਵਾਂ, ਉਹਨਾਂ ਦੇ ਕਾਨੂੰਨੀ ਫੈਸਲੇ ਇਸ ਗੱਲ ਦੀ ਪ੍ਰੋੜਤਾ ਕਰਦੇ ਨੇ ਕਿ ਕਿਸ ਤਰੀਕੇ ਨਾਲ ਸਾਡੇ ਜਿਹੜੇ ਵੀ ਲੋਕ ਇਸ ਗੱਲ ਨੂੰ ਉਹਨਾਂ ਔਰਤਾਂ ਦੇ ਨਾਲ ਧੱਕੇਸ਼ਾਹੀ ਕਰਦੇ ਨੇ, ਖਾਸ ਤੌਰ 'ਤੇ ਜਿਹੜੀਆਂ ਇੰਡੀਜਨਸ ਭਾਈਚਾਰੇ ਦੀਆਂ ਮੂਲ ਵਾਸੀ ਔਰਤਾਂ ਹੋਣ, ਉਹ ਘਟਨਾਵਾਂ, ਉਹ ਜਿਹੜੇ ਹਾਲਾਤ ਨੇ ਉਹ ਸੱਚਾਈ ਬਿਆਨ ਕਰਦੇ ਨੇ ਕਿ ਸਾਡੀ ਮਾਨਸਿਕਤਾ ਕਿੰਨੀ ਗਿਰ ਚੁੱਕੀ ਹੈ। ਇਹ 'ਚ ਕੋਈ ਸ਼ੱਕ ਹੀ ਨਹੀਂ ਗਾ। ਨਾਲੇ ਤੁਸੀਂ ਜਿਹੜੀ ਮਿਸਾਲ ਹੁਣ ਦੇ ਕੇ ਹਟੇ, ਉਹ ਵੀ ਮਿਸਾਲ ਆਪਣੇ 'ਚ ਬਹੁਤ ਢੁਕਵੀਂ ਹੈ ਜੀ, ਕਿ ਦੇਖੋ ਵਿਡੰਬਣਾ ਪੂਰੇ ਸਿਸਟਮ ਦੀ, ਕਿ ਜਦੋਂ ਤੁਸੀਂ ਉਹਨੂੰ ਭੋਗਣਾ ਔਰਤ ਨੂੰ, ਉਦੋਂ ਤੁਹਾਨੂੰ ਕੋਈ ਸ਼ਰਮ ਨਹੀਂ ਆਉਂਦੀ, ਪਰ ਵੈਸੇ ਉਹਨਾਂ ਬੈਂਡ ਦੇ ਵਿੱਚ ਉਸ ਤੋਂ ਖਾਣੇ ਦੀ ਲੈ ਦੇ ਕਰਨ ਲੱਗੇ ਉਹ ਅਛੂਤ ਬਣ ਜਾਂਦੀ ਹੈ। ਸੋ ਗੱਲ ਸਾਰੀ ਇਹੀ ਕਿ ਤੁਸੀਂ ਆਪਣਾ ਦਾਬਾ ਰੱਖਣਾ ਚਾਹੁੰਦੇ ਹੋ। ਇਹ ਸਾਰੀ ਫਰਕ ਵੀ ਤੁਸੀਂ ਉਹ ਦਾਬੇ ਵਿੱਚੋਂ ਹੀ ਖੜੇ ਕੀਤੇ ਹੋਏ ਜੀ। ਊਚ ਨੀਚ ਦਾ ਫਰਕ, ਆਪਣੇ ਆਪ ਨੂੰ ਉੱਚਾ ਦੱਸਣ ਵਾਸਤੇ ਤੁਸੀਂ ਫਰਕ ਖੜੇ ਕੀਤੇ, ਫਿਰ ਤੁਸੀਂ ਆਪਣੀ ਉੱਚਤਾ ਨੂੰ ਸਾਬਤ ਕਰਨ ਲਈ ਜਿਸਮਾਨੀ ਸ਼ੋਸ਼ਣ ਤੱਕ ਪਹੁੰਚ ਜਾਂਦੇ ਹੋ। ਇਹ ਸਾਰੀਆਂ ਗੱਲਾਂ ਆਪਸ ਵਿੱਚ ਗੈਰ ਗੱਚ ਨੇ, ਇਹਨਾਂ ਨੂੰ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਇਹ ਇਸ ਗੱਲ ਦਾ ਭੇਤ ਆ। ਔਰ ਮੂਲ ਵਾਸੀ ਔਰਤਾਂ ਦੇ ਕੇਸ 'ਚ ਵੀ ਇੱਦਾਂ ਹੀ ਹੋਇਆ। ਉੱਦਾਂ ਇਹ ਮੂਲ ਵਾਸੀਆਂ ਨੂੰ ਬੰਦਾ ਨਹੀਂ ਸਮਝਦੇ, ਸੈਵੇਜ, ਆਦਮਖੋਰ ਕਹਿ ਕੇ ਉਹਨਾਂ ਦੀ ਭੰਡੀ ਕਰਦੇ ਰਹੇ, ਪਰ ਜਦੋਂ ਭੋਗਣਾ ਹੁੰਦਾ ਸਭ ਤੋਂ ਬੁਰੇ ਹੁੰਦੇ ਨੇ। ਸੋ ਇਹ ਦੁਖਾਂਤ ਆ ਸਾਰੇ ਸਿਸਟਮ ਦਾ ਕਿ ਬੇਸਿਕਲੀ ਜਿਹੜੀ ਸੋਚ ਉਹੀ ਹੈ ਕਿ ਆਪਣੀ ਉੱਚਤਾ ਨੂੰ, ਉੱਤਮਤਾ ਨੂੰ ਕਾਇਮ ਰੱਖਣ ਲਈ ਇੱਕ ਹਾਇਰਾਰਕੀ ਖੜੀ ਕਰਤੀ ਤੁਸੀਂ ਜੀ, ਇੱਕ ਦਰਜਾਬੰਦੀ ਖੜੀ ਕਰਤੀ। ਉਸ ਤੋਂ ਬਾਅਦ ਉਹ ਦਰਜਾਬੰਦੀ ਦੇ ਚੱਲਦੇ ਹੋਏ ਜਦੋਂ ਜੀ ਕੀਤਾ ਤੁਸੀਂ ਭੋਗ ਲਿਆ, ਜਦੋਂ ਨਹੀਂ ਜੀ ਕੀਤਾ ਉਦੋਂ ਤੁਸੀਂ ਦੁਤਕਾਰ ਕੇ ਪਰਾ ਕਰ ਦਿੱਤਾ। ਇਹ ਅੱਜ ਜਦੋਂ ਅਸੀਂ ਜਿਸ ਧਰਤੀ ਤੇ ਬੈਠੇ ਹਾਂ ਉਸ ਦੇ ਪਹਿਲੂਆਂ ਨੂੰ ਵਿਚਾਰਨਾ ਇਸ ਕਰਕੇ ਵੀ ਜ਼ਰੂਰੀ ਹੈ ਕਿ ਔਰਤ ਦਿਵਸ ਨੂੰ ਮੁੱਖ ਰੱਖ ਕੇ ਅਸੀਂ ਇਹ ਮੁਲਾਂਕਣ ਵੀ ਕਰੀਏ ਜਾਂ ਆਤਮ ਆਲੋਚਨਾ ਵੀ ਕਰੀਏ, ਇਹ ਵੀ ਦੇਖੀਏ ਕਿ ਜਿਸ ਔਰਤ ਦੇ ਪ੍ਰਤੀ ਜਾਂ ਜਿਸ ਔਰਤ ਦੀ ਦੇਣ ਦੇ ਪ੍ਰਤੀ ਸਾਨੂੰ ਵੱਧ ਚੜ੍ਹ ਕੇ ਜਿਹੜਾ ਉਪਰਾਲੇ ਕਰਨੇ ਚਾਹੀਦੇ ਨੇ, ਉੱਥੇ ਦੂਸਰੇ ਪਾਸੇ ਕੀ ਹੋ ਰਿਹਾ ਸਾਡੇ। ਅਸੀਂ ਆਪਣੇ ਧਾਰਮਿਕ ਸਥਾਨਾਂ ਦੇ ਆਗੂਆਂ ਦੀ ਵੀ ਕਈ ਵਾਰੀ ਉਦਾਹਰਨ ਦੇਖਦੇ ਹਾਂ, ਔਰਤ ਨਾਲ ਜ਼ਿਆਦਤੀਆਂ ਅਤੇ ਧੱਕੇਸ਼ਾਹੀਆਂ ਦੀਆਂ ਮਿਸਾਲਾਂ ਦੇਖਦੇ ਹਾਂ। ਉਹ ਔਰਤਾਂ ਦੇ ਵੱਲੋਂ ਔਰਤਾਂ 'ਤੇ ਕੀਤੇ ਗਏ ਸ਼ੋਸ਼ਣ ਅਤੇ ਉਹਨਾਂ ਦੇ ਵੱਲੋਂ ਕੀਤੇ ਗਏ ਜਿਸ ਕਿਸਮ ਦੇ ਜਿਨਸੀ ਅਤਿਆਚਾਰ ਦੀਆਂ ਕਹਾਣੀਆਂ ਦੇਖਦੇ ਹਾਂ। ਉਹਨਾਂ ਘਟਨਾਵਾਂ ਦੇ ਸੰਦਰਭ 'ਚ ਵੀ ਜਦੋਂ ਅਸੀਂ ਅੱਜ ਔਰਤ ਦਿਵਸ 'ਤੇ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਸਵਾਲ ਖੜੇ ਹੁੰਦੇ ਨੇ। ਦੇਖੋ ਗੁਰਦਸ ਜੀ, ਗੱਲ ਸਰ ਕਿ ਸਵਾਲ ਇਹ ਖੜੇ ਹੋਣੇ ਚਾਹੀਦੇ ਆ। ਅੰਤਰਰਾਸ਼ਟਰੀ ਨਾਰੀ ਦਿਹਾੜਾ ਮਨਾਉਣ ਦਾ ਮਤਲਬ ਕਿ ਜੇ ਅਸੀਂ ਅੱਜ ਦੇ ਸਮੇਂ 'ਚ ਜਿਹੜੇ ਸ਼ੋਸ਼ਣ ਹੋ ਰਹੇ ਹੋਣ ਉਹ 'ਤੇ ਗੱਲ ਨਾ ਕਰੀਏ, ਸਰਕਾਰੀ ਤੌਰ 'ਤੇ ਔਰਤਾਂ ਦੇ ਜਿਸਮਾਂ ਨਾਲ ਖਿਲਵਾੜ ਹੋ ਰਿਹਾ ਹੋਵੇ, ਦਮਨ ਹੋ ਰਿਹਾ ਹੋਵੇ, ਆਪਾਂ ਗੱਲ ਕਿਉਂ ਨਾ ਕਰੀਏ। ਬਿਲਕੁਲ। ਆ ਦੇਖੋ ਪਿੱਛੇ ਜੇ ਕਿੰਨੀ ਵੱਡੀ ਗੱਲ ਕੈਨੇਡਾ 'ਚ ਹੋਈ ਕਿ ਜਿਹੜੇ ਇੱਥੋਂ ਦੇ ਫੌਜੀ ਅਫਸਰਾਂ ਬਾਰੇ ਚਰਚਾ ਹੋਈ ਕਿ ਉਹਨਾਂ ਨੇ ਜਿਨਸੀ ਸ਼ੋਸ਼ਣ ਕੀਤਾ ਉਹਨਾਂ ਔਰਤਾਂ ਦਾ ਜਿਹੜੀਆਂ ਰੱਖਿਆ ਮਹਿਕਮੇ 'ਚ ਕੰਮ ਕਰਦੀਆਂ। ਇੱਥੋਂ ਦੇ ਮਾਹਰ ਕਹਿ ਰਹੇ ਨੇ ਜੀ ਕਿ ਦੁਨੀਆ 'ਚ ਮਿਸਾਲ ਨਹੀਂ ਮਿਲਦੀ। ਕਮਾਲ ਦੀ ਗੱਲ ਆ। ਸਭ ਤੋਂ ਵੱਡੀ ਡੈਮੋਕ੍ਰੇਸੀ ਕਹਾਉਣ ਵਾਲੇ ਦੇਸ਼ ਦੇ ਵਿੱਚ ਅੱਜ ਪਿੱਛੇ ਫਰਵਰੀ ਮਹੀਨੇ 'ਚ ਜਿਹੜਾ ਦੇਖ ਲਓ ਕੁਝ ਸਾਲ ਪਹਿਲਾਂ ਕੀ ਹੋਇਆ, ਕੁਨਾਨ ਪੁਸ਼ਪੁਰਾ ਨਾਂ ਦੇ 2 ਪਿੰਡ ਕਸ਼ਮੀਰ 'ਚ, ਉੱਥੋਂ ਦੀਆਂ ਤਕਰੀਬਨ 100 ਔਰਤਾਂ ਦੇ ਨਾਲ ਫੌਜੀਆਂ ਨੇ ਜ਼ਬਰ ਜਨਾਹ ਕੀਤਾ। ਇੱਕੋ ਰਾਤ ਦੌਰਾਨ ਛਾਪਾਮਾਰੀ ਕਰਕੇ ਕੀਤਾ ਗਿਆ, ਅੱਜ ਤੱਕ ਇਨਸਾਫ ਨਹੀਂ ਮਿਲਿਆ। ਸੋ ਉਹ ਫੌਜ ਜਿਸ ਦੇ ਅਫਸਰਾਂ ਦੇ ਉੱਤੇ ਅਗੇਨ ਔਰਤਾਂ ਰੱਖੜੀਆਂ ਬਣਦੀਆਂ ਫਿਰਦੀਆਂ ਕਿ ਸਾਡੇ ਰਾਖੇ ਨੇ। ਕਿਹੜੀਆਂ ਔਰਤਾਂ ਨੇ? ਮਿਡਲ ਕਲਾਸੀ ਔਰਤਾਂ, ਅਪਰ ਕਲਾਸ ਵਾਲੀਆਂ ਔਰਤਾਂ, ਵੱਡੇ ਵੱਡੇ ਸ਼ਹਿਰਾਂ 'ਚ ਰਹਿਣ ਵਾਲੀਆਂ ਔਰਤਾਂ, ਜਿਨ੍ਹਾਂ ਨੂੰ ਉਸ ਗੱਲ ਦਾ ਕੋਈ ਲੈਣਾ ਦੇਣਾ ਹੈ ਨਹੀਂ ਗਾ ਕਿ ਕਸ਼ਮੀਰ 'ਚ ਕੀ ਹੋ ਰਿਹਾ, ਆਦੀਵਾਸੀ ਇਲਾਕੇ 'ਚ ਕੀ ਹੋ ਰਿਹਾ। ਇਹ ਫੌਜੀ ਦਰਅਸਲ ਰਾਖੇ ਨਹੀਂ, ਇਹ ਤਾਂ ਮਤਲਬ ਜਿਹਨੂੰ ਕਹਿੰਦੇ ਦਰਿੰਦੇ ਨੇ, ਹੈ ਨਾ। ਸੋ ਇਹ ਉਹਨਾਂ ਨੂੰ ਅਸਰ ਹੀ ਹੈ ਨਹੀਂ ਇਸ ਚੀਜ਼ ਦਾ, ਕਿਉਂਕਿ ਉਹ ਆਪ ਉਸ ਚੀਜ਼ ਤੋਂ ਅਪਿਜ ਨੇ। ਸੋ ਉਹ ਆਪਣੇ ਇੱਕ ਖਾਸ ਬਬਲ 'ਚ ਰਹਿੰਦੀਆਂ, ਉਸ ਹਿਸਾਬ ਨਾਲ ਸੋਚਦੀਆਂ ਕਿ ਔਰਤਾਂ ਦੀ ਗੱਲ ਅਸੀਂ ਕਰਨੀ ਹੈ ਅਤੇ ਚਲੋ ਕਿਉਂ ਨਾ ਅਸੀਂ ਫੌਜੀਆਂ ਦੀ ਰੱਖੜੀਆਂ ਬੰਨ੍ਹ ਦਈਏ, ਹੈ ਨਾ। ਸੋ ਉਹ ਆਪਣੀ ਸਹੂਲਤ, ਆਪਣੀ ਸੁਵਿਧਾ ਦੇ ਅਨੁਸਾਰ ਨਾਲ ਵੇਖ ਰਹੀਆਂ ਸਾਰੀ ਚੀਜ਼ ਨੂੰ। ਉਹ ਜਿਹੜੇ ਫੌਜੀ ਨੇ ਜਿਹੜੇ ਜਿਉ ਜਾ ਕੇ ਜਬਰ ਜਨਾਹ ਔਰਤਾਂ ਨਾਲ ਕਰ ਰਹੇ ਨੇ ਕਿਸੇ ਵੀ ਗੜਬੜੀ ਵਾਲੇ ਇਲਾਕੇ ਵਿੱਚ, ਉਹ ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਸੋ ਇਹ ਸਾਨੂੰ ਤਲਖ ਹਕੀਕਤਾਂ ਇਸ ਮੌਕੇ 'ਤੇ ਬਿਆਨ ਕਰਨੀਆਂ ਪੈਣਗੀਆਂ। ਅਦਰਵਾਈਜ਼ ਅੰਤਰਰਾਸ਼ਟਰੀ ਨਾਰੀ ਦਿਹਾੜਾ ਮਨਾਉਣ ਦਾ ਕੋਈ ਅਰਥ ਨਹੀਂ ਗਾ ਜੇ ਅਸੀਂ ਇਹਨਾਂ ਹਕੀਕਤਾਂ ਵੱਲ ਧਿਆਨ ਨਹੀਂ ਦੇਣਾ। ਜਦੋਂ ਇਹ ਗੱਲ ਤੁਸੀਂ ਕੈਨੇਡਾ ਦੇ ਫੌਜੀਆਂ ਦੀ ਜਾਂ ਉਸ ਫੌਜ ਦੇ ਵਿੱਚ ਹੋਈਆਂ ਔਰਤਾਂ ਨਾਲ ਜ਼ਿਆਦਤੀਆਂ ਦੀ ਕੀਤੀ ਹੈ, ਉਸ ਦੇ ਨਾਲ ਹੀ ਇੱਕ ਦ੍ਰਿਸ਼ ਸਾਡੇ ਸਾਹਮਣੇ ਇੰਫਾਲ, ਅਸਾਮ ਦੇ ਵਿੱਚ ਵੀ ਔਰਤਾਂ ਦਾ ਆ ਗਿਆ, ਜਿੱਥੇ ਨਗਨ ਹੋ ਕੇ ਔਰਤਾਂ ਨੇ ਭਾਰਤੀ ਫੌਜ ਤੇ ਪੁਲਿਸ ਦੇ ਖਿਲਾਫ, ਉੱਥੇ ਦੀਆਂ ਪੁਲਿਸ ਫੋਰਸਾਂ ਦੇ ਖਿਲਾਫ ਪ੍ਰੋਟੈਸਟ ਕੀਤਾ, ਜਿਸ ਦੇ ਬਾਰੇ ਕਿਤਾਬ ਵੀ ਬਲਜੀਤ ਸਿੰਘ ਦੀ ਬੜੀ ਸੋਹਣੀ ਹੈ। ਭਾਰਤ ਦੀਆਂ ਜਿਹੜੀਆਂ ਜਿਸ ਤਰ੍ਹਾਂ ਜਿਸਮਾਨੀ ਸ਼ੋਸ਼ਣ ਕਰਨ ਵਾਲੀਆਂ ਬਲਾਤਕਾਰੀ ਫੋਰਸਾਂ, ਉਹ ਜਿਸ ਤਰ੍ਹਾਂ ਔਰਤਾਂ ਨੇ ਨਗਨ ਹੋ ਕੇ ਪ੍ਰਦਰਸ਼ਨ ਕਰਕੇ ਕਿਹਾ ਕਿ ਆਹ ਜਿਹੜੇ ਜਿਨ੍ਹਾਂ ਨੂੰ ਤੁਸੀਂ ਰੱਖੜੀਆਂ ਬੰਨ੍ਹਦੇ ਜਾਂ ਰਖਵਾਲੇ ਕਹਿੰਦੇ ਹੋ, ਇਹ ਸਾਡੇ ਨਾਲ ਆਹ ਕੁਛ ਕਰ ਰਹੀਆਂ ਨੇ। ਪਰ ਉਹੀ ਉੱਚ ਜਾਤੀ ਜਾਂ ਇੱਕ ਫਾਸ਼ੀਵਾਦੀ ਅਪਰੋਚ ਜਾਂ ਵਰਨ ਵੰਡ
ਜਾਂ ਜਿਸ ਤਰੀਕੇ ਨਾਲ ਧੱਕੇਸ਼ਾਹੀ ਘੱਟ ਗਿਣਤੀਆਂ ਤੇ ਹੁੰਦੀ ਹੈ, ਉਸ ਦੀ ਇਹ ਮਿਸਾਲ ਹੈ। ਸੋ ਸਾਨੂੰ ਸੰਸਾਰ ਪੱਧਰ ਤੇ ਇਹ ਗੱਲ ਵੀ ਅੱਜ ਵਿਚਾਰਨ ਦੀ ਲੋੜ ਹੈ, ਕਿਉਂਕਿ ਫੈਸ਼ਨ ਦੇ ਤੌਰ ਤੇ ਇੱਕ ਔਰਤ ਦਿਨ ਸੈਮੀਨਾਰ ਕਰ ਲਏ, ਕੁਝ ਕਵਿਤਾਵਾਂ ਪੜ੍ਹ ਲਈਆਂ, ਕੁਝ ਗੱਲਾਂ ਕਰ ਲਈਆਂ, ਪਰ ਉਸ ਤੇ ਪਰਵਾਹ ਨਾ ਕੀਤੀ ਕਿ ਅਸਲ ਦੇ ਵਿੱਚ ਹੋ ਕੀ ਰਿਹਾ। ਜੇ ਅੱਜ ਜਦੋਂ ਅਸੀਂ ਗੁਜਰਾਤ ਦੀ ਜਾਂ ਭਾਰਤ ਦੇ ਵਿੱਚ ਜਿਸ ਤਰੀਕੇ ਨਾਲ ਜੋ ਅੱਜ ਦੇ ਰਾਜ ਦੇ ਵਿੱਚ ਔਰਤ ਦੇ ਨਾਲ ਧੱਕੇਸ਼ਾਹੀ ਹੋ ਰਹੀ ਹੈ, ਉਸ ਦੀ ਗੱਲਬਾਤ ਕਰਨੀ ਹੈ ਤਾਂ ਸਾਨੂੰ ਪਰਖ ਪੜਚੋਲ ਕਰਨੀ ਪਏਗੀ। ਸਾਨੂੰ ਇਹ ਦੇਖਣਾ ਪਏਗਾ ਕਿ ਕਿਸ ਤਰੀਕੇ ਨਾਲ ਇਹ ਇੰਡੀਅਨ ਸਟੇਟ ਦੇ ਵਿੱਚ ਵੀ ਇਹ ਸਾਰਾ ਕੁਝ ਹੋ ਰਿਹਾ। ਪਰ ਹੈਰਾਨੀ ਹੁੰਦੀ ਹੈ ਜਦੋਂ ਔਰਤ ਲੇਖਕਾਂ ਵੀ ਕੀ ਕਰਦੀਆਂ, ਜਦੋਂ ਉਹ ਜਿਹੇ ਧੱਕੇਸ਼ਾਹੀ ਕਰਨ ਵਾਲੇ ਮੋਦੀ ਵਰਗੇ ਵਿਅਕਤੀ ਕੈਨੇਡਾ ਦੀ ਧਰਤੀ 'ਤੇ ਆਉਂਦੇ ਨੇ ਤਾਂ ਆਪਣੇ ਲੇਖ ਲਿਖਦੀਆਂ ਨੇ, ਕਿਤਾਬਾਂ ਲਿਖਦੀਆਂ ਨੇ। ਭਾਰਤ ਦਾ ਪ੍ਰਧਾਨ ਮੰਤਰੀ ਕੈਨੇਡਾ 'ਚ ਇੱਕ ਖਾਸ ਪੈਗਾਮ ਲੈ ਕੇ ਆਇਆ ਅਤੇ ਉਸ ਦਾ ਸਵਾਗਤ ਕਰੋ। ਜਿਹੜਾ ਸਵਾਗਤ ਨਹੀਂ ਕਰਦਾ ਉਹ ਸਿਰਫ ਫਿਰੇ ਨੇ, ਇਹ ਔਰਤਾਂ। ਜੇ ਔਰਤ ਲੇਖਕਾਂ ਦੀ ਪਹੁੰਚ ਇੱਥੋਂ ਤੱਕ ਹੋ ਸਕਦੀ ਹੈ ਤਾਂ ਇਸ ਤੋਂ ਗਿਰੀ ਗੱਲ ਕੀ ਹੋ ਸਕਦੀ ਹੈ। ਇਹ ਅੱਜ ਸੋਚਣਾ ਪਏਗਾ ਕਿ ਇਹ ਸਿਰਫ ਫੈਸ਼ਨ ਹੀ ਹੈ। ਕੁਝ ਕਵਿਤਾਵਾਂ ਲਿਖ ਲਈਆਂ, ਪਰ ਜਦੋਂ ਮੌਕਾ ਆਇਆ ਉਸ ਵੇਲੇ ਚੂਕ ਕਰ ਗਏ, ਜਾਂ ਉਹ ਵੈਸੇ ਸੈਮੀਨਾਰ ਕਰ ਲਏ, ਪਰ ਜੇ ਔਰਤ ਦੇ ਨਾਲ ਧੱਕਾ ਹੁੰਦਾ ਤਾਂ ਉਸ ਵੇਲੇ ਮੂੰਹ ਬੰਦ ਕਰ ਲਿਆ। ਮੰਦਰਾਂ ਦੇ ਵਿੱਚ ਅਸੀਂ ਦੇਖਦੇ ਹਾਂ, ਗੁਰਦੁਆਰਿਆਂ 'ਚ ਦੇਖਦੇ ਹਾਂ, ਸਾਡੇ ਧਾਰਮਿਕ ਸਥਾਨਾਂ 'ਚ ਦੇਖਦੇ ਹਾਂ, ਅਨੇਕਾਂ ਘਟਨਾਵਾਂ ਜਿਹੜੀਆਂ ਨੇ ਉਹ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਧੱਕੇਸ਼ਾਹੀ ਲਗਾਤਾਰ ਵਧੀਕੀਆਂ ਦੀਆਂ ਨੇ। ਇਹਨਾਂ ਨੂੰ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਅਸੀਂ ਕਿਸ ਤਰੀਕੇ ਨਾਲ ਗੁਰੂ ਨਾਨਕ ਸਾਹਿਬ ਦਾ ਜਿਹੜਾ ਮੈਸੇਜ ਹੈ ਉਸ ਨੂੰ ਲੈ ਰਹੇ ਹਾਂ, ਜਾਂ ਜਿਸ ਦੇ ਖਿਲਾਫ ਗੁਰੂ ਸਾਹਿਬਾਨ ਨੇ ਸਾਨੂੰ ਅਗਾਹ ਕੀਤਾ, ਅਸੀਂ ਕਿੱਥੇ ਖੜ੍ਹੇ ਹਾਂ। ਕੈਨੇਡਾ ਦੇ ਵਿੱਚ ਜਦੋਂ ਅਸੀਂ ਇਹ ਗੱਲਬਾਤ ਕਰਦੇ ਹਾਂ, ਖਾਸ ਤੌਰ 'ਤੇ ਐਬਸਫੋਰਡ ਮੰਦਰ ਦੇ ਪ੍ਰਧਾਨ ਦੀਪਕ ਸ਼ਰਮਾ ਦਾ ਇੱਕ ਬੜਾ ਚਰਚਾ ਚੱਲਿਆ ਔਰਤ ਦੇ ਨਾਲ ਜੋ ਉਹ ਧੱਕੇਸ਼ਾਹੀ ਅਤੇ ਜਬਰ ਜਨਾਹ ਦੀ ਘਟਨਾ ਸੀ, ਉਸ ਘਟਨਾ ਦੇ ਪ੍ਰਤੀ ਦੋਸ਼ੀ ਠਹਿਰਾਇਆ ਗਿਆ। ਅਤੇ ਹਾਲ ਹੀ ਵਿੱਚ ਜਿਹੜਾ ਹੈ ਸਬੱਬ ਹੈ ਕਿ 8 ਮਾਰਚ ਜਿਹੜੀ ਤਾਰੀਖ ਹੈ, 8 ਮਾਰਚ ਦੀ ਤਾਰੀਖ ਨੂੰ ਹੀ ਉਸ ਕੇਸ ਦਾ ਫੈਸਲਾ ਹੋ ਰਿਹਾ ਜੀ। 8 ਮਾਰਚ ਨੂੰ ਸਕੈਜੂਲਡ ਹੈ ਕਿ ਉਸ ਕੇਸ ਦਾ ਫੈਸਲਾ ਹੋਣਾ। ਜਿਹੜੀ ਨਾਰਥ ਵੈਂਕੂਵਰ ਜਿਹੜੀ ਕੋਰਟ ਆ ਉੱਥੇ, ਕਿ ਦੀਪਕ ਸ਼ਰਮੇ ਨੇ ਇਹ ਉਸ 'ਤੇ ਦੋਸ਼ ਲੱਗੇ ਸੀਗੇ ਕਿ ਜਦੋਂ ਟੈਕਸੀ ਚਲਾਉਂਦਿਆਂ ਹੋਇਆਂ ਉਸਨੇ ਕਿਸੇ ਔਰਤ ਉੱਪਰ ਕਾਮੁਕ ਹਮਲਾ ਕੀਤਾ। ਉਸ ਤੋਂ ਬਾਅਦ ਇਹ ਮਾਮਲਾ ਕੋਰਟ 'ਚ ਗਿਆ, ਕੋਰਟ ਨੇ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ। ਹੁਣ ਸਜ਼ਾ ਸੁਣਾਈ ਜਾਣੀ ਹੈ। ਕਰਾਊਨ ਲੰਮੀ ਸਜ਼ਾ ਮੰਗ ਰਿਹਾ, ਬਚਾਓ ਪੱਕ ਕੇ ਰਹਿ ਕੇ ਥੋੜ੍ਹੀ ਹਲਕੀ ਫੁਲਕੀ ਸਜ਼ਾ ਦੇ ਕੇ ਅਤੇ ਕਮਿਊਨਿਟੀ ਸੇਵਾ ਲਾ ਦਿਓ। ਹੁਣ ਜੱਜ ਨੇ ਫੈਸਲਾ ਦੇਣਾ, ਸਬੱਬ ਨਾਲ ਫੈਸਲਾ ਵੀ 8 ਮਾਰਚ ਨੂੰ ਦੇਣਾ। ਹੁਣ ਦੇਖਦੇ ਹਾਂ ਕਿ 8 ਮਾਰਚ ਨੂੰ ਨਾਰੀ ਦਿਹਾੜੇ ਵਾਲੇ ਦਿਨ 'ਤੇ ਦੀਪਕ ਸ਼ਰਮੇ ਦਾ ਭਵਿੱਖ ਕਿਹੋ ਜਿਹਾ ਹੋਊਗਾ, ਕੋਰਟ ਕਿਹੋ ਜਿਹਾ ਫੈਸਲਾ ਦਿੰਦੀ ਹੈ, ਕੋਰਟ ਉਸ ਫੈਸਲੇ ਕਿਹੋ ਜਿਹੀ ਮੋਹਰ ਲਾਉਂਦੀ ਹੈ। ਇਹ ਹੁਣ ਅੰਤਰਰਾਸ਼ਟਰੀ ਨਾਰੀ ਦਿਹਾੜੇ ਦੇ ਉੱਤੇ ਇੱਕ ਡਿਵੈਲਪਮੈਂਟ ਹੋਵੇਗੀ, ਵੇਖਦੇ ਕਿਸ ਰੂਪ 'ਚ ਹੋਵੇਗੀ। ਪਰ ਦੀਪਕ ਸ਼ਰਮਾ ਉਹ ਵਿਅਕਤੀ ਹੈ ਜਿਹੜਾ ਕਿ ਭਾਰਤੀ ਸਫਾਰਤਖਾਨੇ ਦੇ ਕਾਫੀ ਲਾਗੇ ਰਿਹਾ। ਅਭਿਲਾਸ਼ਾ ਜੋਸ਼ੀ ਵੀ ਬੜੇ ਆਉਂਦੀ ਰਹੀ ਇਹਦੇ ਪ੍ਰੋਗਰਾਮਾਂ ਵਿੱਚ, ਦੇਸ਼ ਭਗਤਾਂ ਨੂੰ ਸਮਰਪਿਤ ਪ੍ਰੋਗਰਾਮ। ਜੇ ਇਹ ਦੇਸ਼ ਭਗਤੀ ਤਾਂ ਮੈਂ ਸਮਝਦਾ ਕਿ ਅਸੀਂ ਕਿਰਦਾਰ ਹੀ ਚੰਗੇ ਹਾਂ। ਸੋ ਇਹ ਦੀਪਕ ਸ਼ਰਮੇ ਦਾ ਜਿਹੜਾ ਉੱਠਣੀ ਬੈਠਣੀ ਭਾਰਤ ਤੋਂ ਆਏ ਭਾਜਪਾ ਆਗੂਆਂ ਦੇ ਨਾਲ ਜਾਂ ਇੱਥੋਂ ਦੇ ਕੌਂਸਲ ਖਾਨੇ ਦੇ ਅਧਿਕਾਰੀਆਂ ਨਾਲ, ਇਹ ਕੋਈ ਲੁਕੀ ਛਿਪੀ ਗੱਲ ਨਹੀਂ। ਨਾਲ ਦੀ ਨਾਲ ਐਬਟਸਫੋਰਡ ਨਾਲ ਇੱਕ ਹੋਰ ਸਬੱਬ ਵੀ ਜੁੜਿਆ। ਦੇਖੋ 7 ਮਾਰਚ ਦਾ ਦਿਨ ਸੀਗਾ 2007, 3 ਪੰਜਾਬੀ ਖੇਤ ਮਜ਼ਦੂਰ ਔਰਤਾਂ ਇੱਕ ਸੜਕ ਹਾਦਸੇ 'ਚ ਹਲਾਕ ਹੋਈਆਂ। ਉਹਨਾਂ ਨੂੰ ਵੀ ਅੱਜ ਅਸੀਂ ਯਾਦ ਕਰਦੇ ਹਾਂ। ਅੱਜ ਦੇ ਦਿਨ ਹਲਾਕ ਹੋਈਆਂ ਸੀ 2007 ਵਿੱਚ। ਉਹ ਵੀ ਦੇਖ ਲਓ ਅੰਤਰਰਾਸ਼ਟਰੀ ਇਸਤਰੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਦੀ ਘਟਨਾ ਸੀ। ਕਿਵੇਂ ਸਾਡੀਆਂ ਔਰਤਾਂ ਜਿਹੜੀਆਂ ਬਜ਼ੁਰਗ ਔਰਤਾਂ ਜਾਂ ਜਿਹੜੇ ਜਵਾਨ ਔਰਤਾਂ ਜਿਹੜੀ ਸਾਡੇ ਭਾਈਚਾਰੇ ਦੀਆਂ ਖੇਤਾਂ ਵਿੱਚ ਆ ਕੇ ਕੰਮ ਕਰਨ ਲਈ ਮਜਬੂਰ ਨੇ, ਉੱਥੇ ਵੀ ਕਈ ਵਾਰੀ ਸ਼ੋਸ਼ਣ ਹੁੰਦਾ ਉਹਨਾਂ ਦਾ, ਔਰ ਇਸ ਤਰ੍ਹਾਂ ਦੀ ਜਿਹੜੇ ਅਣਸੁਰੱਖਿਅਤ ਮਾਹੌਲ ਵਿੱਚ ਉਹਨਾਂ ਨੂੰ ਕੰਮ ਕਰਨਾ ਪੈਂਦਾ, ਮੌਤ ਦੇ ਮੂੰਹ ਵਿੱਚ ਜਾ ਪੈਣ, ਇਹ ਵੀ ਬੜਾ ਵੱਡਾ ਦੁਖਾਂਤ ਹੈ। ਔਰ ਉਸੇ ਐਬਟਸਫੋਰਡ ਦੀ ਧਰਤੀ ਨਾਲ ਜੁੜੇ ਇੱਕ ਸਾਬਕਾ ਮੰਦਰ ਆਗੂ 'ਤੇ ਇਲਜ਼ਾਮ ਲੱਗਦੇ ਨੇ ਕਿ ਕਿਸੇ ਹੋਰ ਔਰਤ ਦੇ ਨਾਲ ਉਸਨੇ ਕੋਈ ਮਾੜੀ ਕੋਝੀ ਹਰਕਤ ਕੀਤੀ, ਜਿਸ ਦੇ ਚਲਦਿਆਂ ਹੁਣ ਉਸਨੂੰ ਸਜ਼ਾ ਸੁਣਾਈ ਜਾਣੀ ਹੈ। ਉਹ ਵੀ ਅੰਤਰਰਾਸ਼ਟਰੀ ਨਾਰੀ ਦਿਹਾੜਾ। ਅਸੀਂ ਕਿਹੋ ਜਿਹੀਆਂ ਮਿਸਾਲਾਂ ਕਾਇਮ ਕਰ ਰਹੇ? ਥੋੜ੍ਹਾ ਜਿਹੀ ਸਵੈ ਪੜਚੋਲ ਸਾਨੂੰ ਭਾਈਚਾਰਕ ਤੌਰ 'ਤੇ ਕਰਨੀ ਪਏਗੀ। ਇਹ ਦੋ ਸਬੱਬ ਜਿਹੜੇ ਨੇ ਐਬਟਸਫੋਰਡ ਨਾਲ ਜੁੜੇ ਹੋਏ ਨੇ। ਮੈਂ ਇਹ ਨਹੀਂ ਕਹਿ ਰਿਹਾ ਕਿ ਐਬਟਸਫੋਰਡ ਦੇ ਵਿੱਚ ਕੋਈ ਨੁਕਸ ਹੈ, ਤੁਸੀਂ ਵੀ ਐਬਟਸਫੋਰਡ ਤੋਂ, ਅਸੀਂ ਸਾਰੇ ਮੁਆਸ਼ਰੇ ਦੀ ਗੱਲ ਕਰ ਰਹੇ ਹਾਂ, ਪਰ ਇਹ ਸਬੱਬ ਜਿਹੜੇ ਜੁੜ ਗਏ ਆਪਸ 'ਚ, ਇਹ ਸਾਨੂੰ ਘੱਟੋ ਘੱਟ ਸੋਚਣ ਲਈ ਮਜਬੂਰ ਕਰਦੇ ਨੇ, ਮੇਰਾ ਇਹ ਕਹਿਣਾ। ਬਿਲਕੁਲ, ਜਿਹੜੀਆਂ ਮਜ਼ਦੂਰ ਔਰਤਾਂ ਦੀ 2007 ਦੀ ਗੱਲ ਤੁਸੀਂ ਕੀਤੀ ਹੈ, ਉਸ ਦਿਨ ਉਹ ਸਾਰੀ ਘਟਨਾ ਨੂੰ ਬੜਾ ਨੇੜਿਓਂ ਹੋ ਕੇ ਤੱਕਿਆ, ਅਤੇ ਜਿਸ ਤਰੀਕੇ ਦੇ ਨਾਲ ਜਿਵੇਂ ਉਹ ਹਾਦਸਾ ਹੋਇਆ, ਜਿਵੇਂ ਉਹ ਔਰਤਾਂ ਜਿਨ੍ਹਾਂ ਦੀ ਮੌਤ ਹੋਈ, ਦਰਅਸਲ ਉਹ ਉਹਨਾਂ ਕੰਮ 'ਤੇ ਆਪਣੇ ਆਪ ਨੂੰ ਪੂਰੀ ਤਰ੍ਹਾਂ ਸਮਰਪਿਤ ਕਰਕੇ ਜਿਹੜੇ ਜਾ ਰਹੀਆਂ ਔਰਤਾਂ ਸੀ, ਉਹਨਾਂ ਦਾ ਉਹ ਹਾਦਸਾ ਇੱਕ ਐਸਾ ਮਿਸਾਲ ਸੀ ਕਿ ਕਿਹੜੀਆਂ ਕਮੀਆਂ ਨੇ ਸਾਡੇ ਸਿਸਟਮ ਦੇ ਵਿੱਚ, ਕੀ ਲੂਪਹੋਲਸ ਨੇ, ਜਾਂ ਕਿਸ ਤਰੀਕੇ ਨਾਲ ਉਹਨਾਂ ਦੀ ਸੁਰੱਖਿਆ ਜਿਹੜੀ ਹੈ ਉਹ ਦਾਅ 'ਤੇ ਸੀ। ਅਤੇ ਕੁਝ ਉਹਨਾਂ 'ਚ ਔਰਤਾਂ ਉਹ ਸਨ ਜਿਨ੍ਹਾਂ ਦੇ ਬੜੇ ਛੋਟੇ ਜਿਹੇ ਬੱਚੇ ਸਨ। ਇੱਕ ਬਿਲਕੁਲ ਜਵਾਨ ਔਰਤ, ਨਿੱਕੇ ਨਿੱਕੇ ਜਿਹੜੇ ਬਾਲ ਨਿਆਣੇ ਛੱਡ ਕੇ ਉਹ ਮਾਰੀ ਗਈ। ਉਸ ਤੋਂ ਇਲਾਵਾ ਬਾਕੀ ਜਿਹੜੀਆਂ ਸਨ ਇਹ ਔਰਤਾਂ ਜਿਵੇਂ ਉਸ ਦੁਖਾਂਤ ਦਾ ਸ਼ਿਕਾਰ ਹੋਈਆਂ। ਅੱਜ ਜਦੋਂ 7 ਮਾਰਚ ਨੂੰ ਅਸੀਂ ਗੱਲ ਕਰਦੇ ਹਾਂ
ਤਾਂ ਐਬਸਫੋਰਡ ਦੇ ਵਿੱਚ ਗੋਲਡਨ ਟਰੀ ਜਿਹੜਾ ਐਬਸਫੋਰਡ ਲਾਇਬ੍ਰੇਰੀ ਦੇ ਪਿਛਲੇ ਪਾਸੇ ਲਾਇਆ ਗਿਆ, ਜਿੱਥੇ ਕਿ ਉਹਨਾਂ ਨੂੰ ਯਾਦ ਕਰਦੇ ਹੋਏ ਸਿਟੀ ਹਾਲ ਦੇ ਨਜ਼ਦੀਕ ਇੱਕ ਸਿੰਬੋਲਿਕ ਤੌਰ 'ਤੇ ਇਹ ਗੱਲ ਪੇਸ਼ ਕੀਤੀ ਗਈ ਆ ਕਿ ਖੇਤ ਮਜ਼ਦੂਰ ਔਰਤਾਂ, ਉਹ ਵੀ ਸਾਰੀਆਂ ਸਾਡੀ ਪੰਜਾਬੀ ਕਮਿਊਨਿਟੀ 'ਚੋਂ, ਉਹਨਾਂ ਦੀ ਸੜਕ ਹਾਦਸੇ ਦੇ ਵਿੱਚ ਇਸ ਤਰ੍ਹਾਂ ਮੌਤ ਹੋਣੀ ਜਿਹੜੇ ਸਵਾਲ ਖੜੇ ਕਰਦੀ ਹੈ, ਪਰ ਉਹਨਾਂ ਦੀ ਜਿਹੜੀ ਮਿਹਨਤ ਮੁਸ਼ੱਕਤ ਹੋਣੀ ਉਹ ਇੱਕ ਗੋਲਡਨ ਟਰੀ ਦੇ ਰੂਪ ਦੇ ਵਿੱਚ ਪੇਸ਼ ਕੀਤੀ ਜਾਂਦੀ ਹੈ। ਸੋ ਉਹਨਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਇਹ ਗੱਲ ਦਾ ਖਿਆਲ ਵੀ ਰੱਖਣਾ ਚਾਹੀਦਾ ਕਿ ਔਰਤ ਕਿਰਤੀ ਰੂਪ ਦੇ ਵਿੱਚ, ਮਜ਼ਦੂਰ ਰੂਪ ਦੇ ਵਿੱਚ, ਮਿਹਨਤਕਸ਼ ਰੂਪ ਦੇ ਵਿੱਚ ਕਿੰਨੀ ਅੱਗੇ ਵੱਧ ਚੁੱਕੀ ਹੈ। ਆ 2-3 ਦਿਨਾਂ ਦੀ ਗੱਲ ਹੈ, ਮੈਂ ਐਲਬਰਟਾ ਗਿਆ ਕਿਸੇ ਕਾਨਫਰੰਸ 'ਤੇ, ਰਾਤ ਨੂੰ ਉਬਰ 'ਤੇ ਜਿੰਨੇ ਵਾਰੀ ਵੀ ਔਰਤਾਂ, ਜਿਹੜੇ ਉਬਰ ਦੇ ਡਰਾਈਵਰ ਸਨ ਔਰਤਾਂ ਹੀ ਸਨ, ਉਹਨਾਂ 'ਚੋਂ ਵੱਖ-ਵੱਖ ਭਾਈਚਾਰੇ ਦੀਆਂ ਰਾਤ ਵੇਲੇ ਗੱਡੀ ਚਲਾ ਰਹੀਆਂ ਸਨ, ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਅਸੀਂ ਆਪਣੇ ਪਰਿਵਾਰ ਲਈ, ਬੱਚਿਆਂ ਲਈ ਬਹੁਤ ਚੰਗਾ ਮਹਿਸੂਸ ਕਰਦੀਆਂ ਸੀ, ਮਿਹਨਤ ਕਰਦੀਆਂ, ਅਤੇ ਸਾਰੀ ਰਾਤ ਉਹ ਆਪਣਾ ਜਿਹੜਾ ਇਸ ਤਰ੍ਹਾਂ ਮਿਹਨਤ ਕਰਦੀਆਂ। ਕਮਾਲ ਦੀ ਗੱਲ ਹੈ। ਨਹੀਂ, ਬਹੁਤ ਚੰਗੀ ਗੱਲ ਹੈ ਕਿ ਔਰਤਾਂ ਨੂੰ ਇਹੋ ਜਿਹੇ ਮੌਕੇ ਮਿਲ ਰਹੇ, ਔਰਤਾਂ ਅੱਗੇ ਵੱਧ ਰਹੀਆਂ, ਔਰ ਔਰਤਾਂ ਦਾ ਰੋਲ ਹਮੇਸ਼ਾ ਹੀ ਰਿਹਾ, ਸਿਰਫ ਘਰਾਂ ਵਿੱਚ ਨਹੀਂ, ਸਿਰਫ ਤੁਹਾਨੂੰ ਜਿਹੜਾ ਕਹਿੰਦੇ ਨਾ ਕਿ ਬੱਚੇ ਨੂੰ ਤਿਆਰ ਕਰਨਾ, ਰੋਟੀ ਪਾਣੀ ਦਾ ਕੰਮ, ਘਰੋਂ ਬਾਹਰ ਵੀ ਔਰਤਾਂ ਨੇ ਆਪਣਾ ਲੋਹਾ ਮਨਵਾਇਆ ਜੀ, ਇਹ ਗੱਲ ਹਕੀਕਤ ਹੈ। ਉਹਨਾਂ 3 ਖੇਤ ਮਜ਼ਦੂਰ ਔਰਤਾਂ ਦੇ ਬਾਰੇ 'ਚ ਆਪਾਂ ਥੋੜ੍ਹੀ ਜਿਹੀ ਗੱਲ ਹੋਰ ਕਰ ਲਈਏ ਕਿ ਇੱਕ ਇਹ ਵੀ ਪੱਖ ਹੈ ਕਿ ਉਹ ਜਿਹੜੀਆਂ 3 ਔਰਤਾਂ ਮਰੀਆਂ ਇੱਕੋ ਭਾਈਚਾਰੇ ਦੀਆਂ, ਇਹ ਵੀ ਸਵਾਲ ਉੱਠੇ ਸੀ ਕਿ ਇਹ ਵੀ ਢਾਂਚਾਗਤ ਨਸਲਵਾਦ ਦੀ ਮਿਸਾਲ ਆ। ਬਿਲਕੁਲ, ਕਿ ਕਿਉਂ ਇਸ ਤਰ੍ਹਾਂ ਦੀ ਮਤਲਬ ਅਣਸੁਰੱਖਿਅਤ ਮਾਹੌਲ ਵਿੱਚ ਇਹਨਾਂ ਔਰਤਾਂ ਨੂੰ ਕੰਮ ਕਰਨਾ ਪੈ ਰਿਹਾ। ਅੱਗੇ ਪਿੱਛੇ ਵੀ ਜਿਹੜੇ ਇਸ ਤਰ੍ਹਾਂ ਦੇ ਹਾਦਸੇ ਹੋਏ ਆ ਖੇਤਾਂ ਦੇ ਵਿੱਚ, ਖਾਸ ਤੌਰ 'ਤੇ ਖੇਤ ਕਾਮਿਆਂ ਦੇ, ਉਹਦੇ ਵਿੱਚ ਵੀ ਬਹੁਤੇ ਜਿਹੜੇ ਸ਼ਿਕਾਰ ਲੋਕੀ ਹੋਏ ਨੇ ਘੱਟ ਗਿਣਤੀ ਭਾਈਚਾਰੇ ਦੇ ਲੋਕ ਨੇ, ਚਾਹੇ ਕੋਈ ਚੀਨੀ ਮੂਲ ਦਾ, ਚਾਹੇ ਕੋਈ ਮੈਕਸੀਕਨ ਮੂਲ ਦਾ, ਚਾਹੇ ਸਾਡੇ ਮੂਲ ਦਾ। ਸੋ ਹਰ ਇੱਕ ਵਾਰੀ ਇਹ ਗੱਲ ਸਾਹਮਣੇ ਆਉਂਦੀ ਕਿ ਮੁੱਖ ਤੌਰ 'ਤੇ ਘੱਟ ਗਿਣਤੀਆਂ ਨਾਲ ਜੁੜੀਆਂ ਹੋਈਆਂ ਔਰਤਾਂ ਹੀ ਇਸ ਕਿਸਮ ਦੇ ਹਾਦਸਿਆਂ ਦਾ ਸ਼ਿਕਾਰ ਹੁੰਦੀਆਂ, ਔਰ ਉਸ ਇੰਡਸਟਰੀ ਵਿੱਚ ਉਹ ਕੰਮ ਕਰ ਰਹੀਆਂ ਜਿਹੜੀਆਂ ਕਿ ਅਣਸੁਰੱਖਿਅਤ ਮਾਹੌਲ 'ਚ ਚੱਲ ਰਹੀਆਂ। ਤੁਸੀਂ ਸੋਚ ਸਕਦੇ ਹੋ ਕਿ ਮੁੱਖ ਧਾਰਾ ਦੀ ਇੰਡਸਟਰੀ ਇਸ ਤਰ੍ਹਾਂ ਚੱਲਦੀ ਹੋਵੇਗੀ ਕਿ ਉੱਥੇ ਕੋਈ ਇੰਤਜ਼ਾਮ ਹੀ ਹੈ ਨਹੀਂਗੇ, ਕੋਈ ਰਾਜਾ ਬਾਬੂ ਹੈ ਨਹੀਂਗਾ, ਕੋਈ ਸਟਰੀਟ ਚੈੱਕ ਨਹੀਂ ਹੋ ਰਹੇ ਨਾ। ਉਸ ਜਦੋਂ ਬੱਸ ਵੀ ਹਾਦਸਾਗ੍ਰਸਤ ਹੋਈ, ਕਈ ਊਣਤਾਈਆਂ ਸਾਹਮਣੇ ਆਈਆਂ, ਉਹ ਊਣਤਾਈਆਂ ਐਵੇਂ ਕਿਵੇਂ ਹੋ ਗਈਆਂ? ਉਹਨਾਂ ਨੂੰ ਅੱਖੋਂ ਪਰੋਖੇ ਕਿਉਂ ਕੀਤਾ ਗਿਆ? ਕੀ ਇਹ ਸਮਝ ਲਏਗਾ ਕਿ ਇਸ ਭਾਈਚਾਰੇ ਦੇ ਲੋਕ ਨੇ, ਇਹ ਤਾਂ ਐਵੇਂ ਨੇ, ਇਹਨਾਂ ਨੂੰ ਮਰਨ ਦਿਓ, ਮਰਦੇ ਤੇ ਇਹਨਾਂ ਦੀ ਸਮੱਸਿਆ। ਜੇ ਬੱਸ ਚਾਲਕ ਵੀ ਜਾਂ ਮਾਲਕ ਵੀ ਆਪਣਾ ਤੇ ਕਾਮੇ ਵੀ ਆਪਣੇ ਨੇ, ਨੁਕਸਾਨ ਤੇ ਭਾਈਚਾਰੇ ਦਾ ਹੋ ਰਿਹਾ। ਸੋ ਇਹ ਜਿਹੜੀ ਢਾਂਚਾਗਤ ਨਸਲਵਾਦ ਦੀ ਸੋਚ ਹੈ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਉਸ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਜਦੋਂ ਨਸਲਵਾਦ ਦੇ ਨਾਲ ਘੱਟ ਗਿਣਤੀ ਕੌਮਾਂ ਪ੍ਰਭਾਵਿਤ ਹੁੰਦੀਆਂ ਨੇ, ਪਰ ਔਰਤਾਂ ਫਿਰ ਦੁਬਾਰਾ ਦੁੱਗਣਾ ਪ੍ਰਭਾਵਿਤ ਹੁੰਦੀਆਂ, ਲਿੰਗ ਦੇ ਕਰਕੇ ਵੀ ਤੇ ਰੰਗ ਕਰਕੇ ਵੀ। ਸੋ ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅੱਜ ਇਸ ਗੱਲ ਨੂੰ ਜਦੋਂ ਢਾਂਚਾਗਤ ਨਸਲਵਾਦ ਬਨਾਮ ਔਰਤ ਜਾਤੀ ਜਾਂ ਉਹਨਾਂ ਨਾਲ ਧੱਕੇ ਦੀ ਗੱਲ ਕਰਦੇ ਹਾਂ, ਤਾਂ ਇਹ ਦੇਖਣਾ ਪੈਣਾ ਕਿ ਇੱਕ ਨਸਲਵਾਦ ਓਵਰਆਲ ਸੁਸਾਇਟੀ 'ਚ ਹੈ, ਜਿਹੜਾ ਕਿ ਜਿਵੇਂ ਅਸੀਂ ਇੱਥੇ ਮੂਲ ਵਾਸੀਆਂ ਦੇ ਜਾਂ ਰੰਗ ਚਮੜੀ ਦੇ ਆਧਾਰ 'ਤੇ ਵਿਤਕਰਾ ਕਰਦੇ ਹਾਂ। ਇੱਕ ਨਸਲਵਾਦ ਇਹ ਹੈ ਕਿ 2 ਜਿਹੜੇ ਗੱਡੀ ਦੇ ਪਹੀਏ ਨੇ, ਔਰਤ ਤੇ ਮਰਦ, ਉਹਨਾਂ ਦੇ ਦਰਮਿਆਨ ਵੀ ਹੈ, ਅਤੇ ਉਹਨਾਂ ਦੇ ਵਿੱਚੋਂ ਸ਼ਿਕਾਰ ਔਰਤ ਹੀ ਹੁੰਦੀ ਹੈ। ਇਹ ਮਿਸਾਲਾਂ ਬਹੁਤ ਸਾਰੀਆਂ ਨੇ। ਹੁਣ ਜਦੋਂ ਮਜ਼ਾਕ, ਚੁਟਕਲੇ ਜਾਂ ਵਿਅੰਗ ਘੜੇ ਜਾਂਦੇ ਨੇ, ਉਹਨਾਂ ਵਿਅੰਗ ਨੂੰ ਆਧਾਰ ਔਰਤ ਨੂੰ ਬਣਾਇਆ ਜਾਂਦਾ ਜਾਂ ਫਿਰ ਨੀਵੀਂ ਜਾਤ ਵਾਲਿਆਂ ਨੂੰ। ਜਦੋਂ ਕੋਈ ਸੁਣਾਉਣਾ ਕਿਸੇ ਨੇ ਚੁਟਕਲਾ, ਤਾਂ ਕਹਿਣਾ ਜੀ ਕਿਸੇ ਦਲਿਤ ਦਾ ਨਾਂ ਲੈ ਤਾ, ਕਿਸੇ ਮਰਾਸੀ ਦਾ ਨਾਂ ਲੈ ਦਿੱਤਾ, ਚੁਟਕਲੇ 'ਚ ਕਿਸੇ ਹੋਰ ਦਾ ਨਾਂ ਦਿੱਤਾ, ਜਾਂ ਇਸ ਤਰ੍ਹਾਂ ਦੀ, ਜਾਂ ਫਿਰ ਔਰਤ ਨੂੰ ਨਿਸ਼ਾਨਾ ਬਣਾ ਕੇ। ਅਸੀਂ ਇੱਕ ਗੱਲ ਸਵਾਲ ਕਰੀਏ ਕਿ ਜਦੋਂ ਔਰਤ ਨੂੰ ਮਾਂ ਦੇ ਤੌਰ 'ਤੇ ਵੀ ਅਸੀਂ ਮੰਨਦੇ ਹਾਂ, ਜੀਵਨ ਸਾਥਣ ਦੇ ਤੌਰ 'ਤੇ ਵੀ, ਪਤਨੀ ਦੇ ਤੌਰ 'ਤੇ ਵੀ, ਪਰ ਜਦੋਂ ਮਰਦ ਗਾਲ ਕੱਢਦਾ ਉਦੋਂ ਔਰਤ ਦੀ ਹੀ ਗਾਲ ਕੱਢਦਾ, ਅਤੇ ਗਾਲ ਕੱਢਣ ਵੇਲੇ ਉਸ ਨੂੰ ਇਹ ਗੱਲ ਦਾ ਅਹਿਸਾਸ ਹੀ ਨਹੀਂ ਕਿ ਮੈਂ ਇੱਕ ਖਾਸ ਬਰਾਦਰੀ ਦੀ ਜਾਂ ਉਸ ਔਰਤ ਜਾਤੀ ਦੀ ਜਿਹੜੀ ਗਾਲ ਕੱਢ ਰਹੇ ਹਾਂ, ਅਤੇ ਉਸ ਨੂੰ ਸੰਤੁਸ਼ਟੀ ਬੜੀ ਆਉਂਦੀ ਹੈ। ਹੁਣ ਇੱਕ ਫੈਸ਼ਨ ਹੋਰ ਚੱਲ ਪਿਆ ਕਿ ਔਰਤ, ਮਰਦ ਤਾਂ ਮਰਦ, ਜੇ ਔਰਤਾਂ ਵੀ ਕਿਤੇ ਕੋਈ ਗਾਲ ਮੂੰਹੋਂ ਕੱਢਦੀਆਂ ਨੇ, ਉਹ ਵੀ ਔਰਤਾਂ ਦੀ ਗਾਲ ਹੀ ਕੱਢਦੀਆਂ ਨੇ। ਕਮਾਲ ਹੋ ਗਈ। ਹਾਲਾਂਕਿ ਅਸੀਂ ਇਹ ਨਹੀਂ ਕਹਿੰਦੇ ਕਿ ਇਹਦੇ ਨਾਲ ਮਰਦ ਨੂੰ ਮਾਫ ਕੀਤਾ ਜਾ ਸਕਦਾ ਹੈ ਮਰਦ ਪ੍ਰਧਾਨ ਸੁਸਾਇਟੀ 'ਚ, ਪਰ ਫੈਸ਼ਨ ਪਹਿਲਾਂ ਤਾਂ ਇਹ ਕਹਿੰਦੇ ਆ ਕਿ ਜੇ ਗਾਲ ਕੱਢਣੀ ਹੈ ਜੀ, ਗੱਲ ਜੇ ਪੰਜਾਬੀ ਦੀ ਗੱਲ ਕਰੀਏ, ਅਸੀਂ ਪੰਜਾਬੀ ਨੂੰ ਪਿਆਰ ਕਰਦੇ ਹਾਂ, ਅਤੇ ਕਈ ਸਿਰਫ ਰੇ ਮੂਰਖ ਇਹ ਕਹਿਣਗੇ ਉਹ ਜੀ ਗਾਲ ਵੀ ਤਾਂ ਜੇ ਠੇਠ ਪੰਜਾਬੀ ਹੈ ਤਾਂ ਉਹਦੇ ਵਿੱਚ ਹੀ ਹੁੰਦੀ ਹੈ। ਸ਼ਾਬਾਸ਼। ਅਤੇ ਉਹ ਕਹਿੰਦੇ ਕਹਿੰਦੇ ਨੇ, ਉਹ ਆਪਣੀਆਂ ਕਿਤਾਬਾਂ ਦੇ ਵਿੱਚ ਲੇਖਕ ਜਿਹੜੇ ਬੜੇ ਕਹਿੰਦੇ ਕਹਾਉਂਦੇ, ਜਿਨ੍ਹਾਂ ਨੂੰ ਵੱਡੇ ਵੱਡੇ ਪੁਰਸਕਾਰ 25-25 ਹਜ਼ਾਰ ਵਾਲੇ ਦਿੱਤੇ ਜਾਂਦੇ ਨੇ, ਉਹ 25 ਹਜ਼ਾਰ ਪੁਰਸਕਾਰ ਲੈਣ ਵਾਲੇ ਲੇਖਕ ਗਾਲਾਂ ਨਾਲ ਉਹਨਾਂ ਦੀਆਂ ਕਿਤਾਬਾਂ ਭਰੀਆਂ ਹੁੰਦੀਆਂ, ਔਰਤਾਂ ਦੀਆਂ ਗਾਲਾਂ ਨਾਲ। ਅਤੇ ਉਹਨਾਂ ਗਾਲਾਂ ਨੂੰ ਵਧਾ ਚੜਾ ਕੇ ਲਿਖਣ ਨੂੰ ਕਹਿੰਦੇ ਨੇ ਕਿ ਸਾਡੀ ਬੋਲੀ ਦੇ ਵਿੱਚ ਇਹ ਨੇ। ਬੋਲੀ ਤਾਂ ਐਡੀ ਮਾੜੀ ਨਹੀਂ, ਇਹ ਸੋਚ ਮਾੜੀ ਹੈ। ਬੋਲੀ ਨੇ ਤਾਂ ਕਦੇ ਨਹੀਂ ਇਹ ਸਿਖਾਇਆ,
ਪਰ ਸਾਡੇ ਅੰਦਰ ਸਾਡਾ ਜ਼ਹਿਨੀਅਤ ਇਸ ਤਰ੍ਹਾਂ ਦੀ ਹੈ। ਤੇ ਇਹ ਜਿਹੜਾ ਗਾਲ ਕੱਢਣ ਦੀ ਪ੍ਰਵਿਰਤੀ ਜਿਸ ਤਰ੍ਹਾਂ ਸਾਡੀ ਸੁਸਾਇਟੀ 'ਚ ਫੈਲੀ ਹੈ, ਤਾਂ ਉਹ ਮਾਂ ਦੀ ਗਾਲ, ਧੀ ਦੀ ਗਾਲ, ਭੈਣ ਦੀ ਗਾਲ, ਤੇ ਉਹ ਸਾਰੀਆਂ ਗਾਲਾਂ ਜਿਹੜੀਆਂ ਉਹਨਾਂ ਨੂੰ ਕੇਂਦਰ ਬਿੰਦੂ ਔਰਤ ਨੂੰ ਹੀ ਰੱਖਿਆ ਗਿਆ। ਨਹੀਂ, ਉਹ ਤਾਂ ਮਾਨਸਿਕਤਾ ਤਾਂ ਉਹੀ ਕੰਮ ਕਰ ਰਹੀ ਨਾ, ਮਰਦ ਪ੍ਰਧਾਨ ਸੋਚ ਭਾਰੂ ਹੈ। ਜੇ ਸੋਚ ਭਾਰੂ ਹੈ ਤਾਂ ਫਿਰ ਗਾਲਾਂ ਵੀ ਉਹੋ ਜਿਹੀਆਂ ਹੋਣਗੀਆਂ, ਸ਼ਬਦਾਵਲੀ ਵੀ ਉਹੋ ਜਿਹੀ ਹੋਏਗੀ, ਤੁਹਾਡੀ ਬੋਲਚਾਲ ਵੀ ਉਹੋ ਜਿਹਾ ਹੋਊਗਾ, ਮੁਹਾਵਰੇ ਵੀ ਉਹੋ ਜਿਹੇ ਹੋਣਗੇ। ਸੋ ਇਸ ਕਰਕੇ ਇਹ ਕੋਈ ਐਡੀ ਹੈਰਾਨੀ ਵਾਲੀ ਗੱਲ ਨਹੀਂ, ਇਹ ਉਸੇ ਬਿਮਾਰੀ ਦੇ ਲੱਛਣ ਨੇ ਜਿਹਦੀ ਆਪਾਂ ਗੱਲ ਕਰ ਰਹੇ ਹਾਂ। ਪਰ ਵੱਡੀ ਗੱਲ ਇਹ ਕਿ ਅੱਜ ਕੱਲ੍ਹ ਤਾਂ ਇੱਕ ਹੋਰ ਨਵਾਂ ਚੱਲ ਪਿਆ ਦਸਤੂਰ। ਹੁਣ ਤੁਸੀਂ ਕਿਸੇ ਨੂੰ ਗਾਲ ਕੱਢੋ ਜਾਂ ਤੁਸੀਂ ਨਫ਼ਰਤ ਭਰੀ ਤਕਰੀਰ ਕਰੋ, ਕਈ ਤਾਂ ਕਹਿੰਦੇ ਕੌਣ ਸੱਜੇ ਪੱਖੀ ਇਸ ਗੱਲ 'ਤੇ ਜ਼ੋਰ ਦੇ ਰਹੇ ਨੇ ਕਿ ਸਾਨੂੰ ਵੀ ਬੋਲਣ ਦਾ ਹੱਕ ਹੈ, ਸਾਨੂੰ ਵੀ ਆਪਣੀ ਗੱਲ ਕਹਿਣ ਦਾ ਹੱਕ ਹੈ। ਪਿੱਛੇ ਕੋਵਿਡ-19 ਦੇ ਟੀਕਾਕਰਨ ਦਾ ਵਿਰੋਧ ਕਰਨ ਵਾਲਿਆਂ ਨੇ ਇਹੀ ਕੁਛ ਤਾਂ ਕੀਤਾ, ਆਪਣੇ ਜਲੂਸ ਨੂੰ ਨਾਂ ਦਿੱਤਾ ਫਰੀडम ਕਨਵੋਏ। ਕਾਹਦਾ ਫਰੀडम? ਉਸ ਦੇ ਨਾਂ ਦੇ ਉੱਤੇ ਤੁਸੀਂ ਜ਼ਹਿਰ ਘੋਲ ਰਹੇ ਹੋ, ਸਵਸਤਿਕਾ ਦੇ ਝੰਡੇ ਚੁੱਕੀ ਫਿਰਦੇ ਹੋ, ਤੁਸੀਂ ਉੱਥੇ ਨਸਲਵਾਦ ਫੈਲਾ ਰਹੇ ਹੋ। ਇਹ ਗੱਲਾਂ ਜਿਹੜੀਆਂ ਦੱਸਦੀਆਂ ਨੇ ਕਿ ਅੱਜ ਕਿਵੇਂ ਲੋਕਾਂ ਨੂੰ ਮੂੰਹ ਪੈ ਗਿਆ ਕਿ ਹੁਣ ਹਾਲਾਤ ਇਹ ਬਣ ਗਏ ਕਿ ਘਟੀਆ ਤੋਂ ਘਟੀਆ ਸ਼ਬਦਾਵਲੀ ਤੇ ਗੱਲ ਨੂੰ ਵੀ ਬੋਲਣ ਦੀ ਆਜ਼ਾਦੀ ਦੇ ਨਾਂ 'ਤੇ ਲਾਇਸੈਂਸ ਦਿੱਤਾ ਜਾ ਰਿਹਾ। ਜਿਹੜਾ ਮੈਂ ਸਮਝਦਾ ਕਿ ਸਾਡੇ ਜਿਹੜੇ ਹੱਕ ਅਸੀਂ ਬੜੀ ਸਾਡੇ ਬਜ਼ੁਰਗਾਂ ਨੇ ਲੜਾਈ ਲੜ ਕੇ ਲਏ ਨੇ, ਉਹ ਸਾਡੇ ਤੋਂ ਖੋਹਣ ਵਾਸਤੇ ਇਹ ਲੋਕ ਸੰਦ ਬਣਨਗੇ। ਮੇਰਾ ਇਹ ਮੰਨਣਾ। ਦੁਖਾਂਤ ਇਸੇ ਗੱਲ ਦੀ ਹੈ ਕਿ ਜਿਵੇਂ ਰਸੂਲ ਹਮਜ਼ਾ ਤੋਂ ਮੇਰਾ ਦਾਗਿਸਤਾਨ 'ਚ ਬੜਾ ਕਮਾਲ ਦਾ ਲਿਖਦਾ ਕਿ ਸਿਆਣੇ ਇਨਸਾਨ ਦੇ ਹੱਥ 'ਚ ਜ਼ਹਿਰ ਵੀ ਕਿਸੇ ਕੰਮ ਆ ਸਕਦੀ ਹੈ, ਮੂਰਖ ਇਨਸਾਨ ਸ਼ਹਿਦ ਨੂੰ ਵੀ ਜ਼ਹਿਰ ਬਣਾ ਲੈਂਦਾ। ਆਜ਼ਾਦੀ ਜਿਹੜੀ ਹੈ ਇੱਕ ਇਸ ਤਰ੍ਹਾਂ ਦੀ ਆਜ਼ਾਦੀ ਲਈ ਹੱਕਾਂ ਦੇ ਸੰਘਰਸ਼ ਦੀ ਜਿਹੜੀ ਪਹਿਲੂ ਦੀ ਗੱਲ ਕਰੀਏ, ਉਹ ਇਸ ਤਰ੍ਹਾਂ ਦੀ ਦਾਤ ਹੈ ਜਿਸ ਦੇ ਲਈ ਬਜ਼ੁਰਗਾਂ ਨੇ ਲੜੇ। ਪਰ ਬਜ਼ੁਰਗ ਇਸ ਕਰਕੇ ਵੱਡੇ ਵਡੇਰੇ ਜਾਂ ਉਹ ਲੋਕ ਜਿਹੜੇ ਸੰਘਰਸ਼ਸ਼ੀਲ ਨੇ, ਉਹ ਇਸ ਕਰਕੇ ਨਹੀਂ ਲੜ ਰਹੇ ਕਿ ਅਸੀਂ ਆਜ਼ਾਦੀ ਲੈ ਕੇ ਦੂਜੇ ਦੇ ਧੌਣ 'ਤੇ ਗੋਡਾ ਰੱਖਣਾ ਜਾਂ ਜਿਹੜਾ ਇਹ ਗੰਦ ਬਕਣਾ ਇਹੀ ਆਜ਼ਾਦੀ ਹੈ, ਜਾਂ ਜੇ ਕਿਸੇ ਨੂੰ ਵੀ ਰੱਜ ਕੇ ਭੰਡਣਾ ਤੇ ਉਸ ਦੇ ਪਰਿਵਾਰਾਂ ਦੀ, ਔਰਤਾਂ ਦੀਆਂ ਗਾਲਾਂ ਤੱਕ ਦੇ ਇਹ ਸਾਰੇ ਸੰਦ ਬਣਨੇ ਜਾਂ ਵਰਤਣੇ, ਇਹ ਆਜ਼ਾਦੀ ਹੈ। ਇਹ ਆਜ਼ਾਦੀ ਦੇ ਨਾਂ 'ਤੇ ਉਹ ਦੁਰਾਚਾਰ ਹੈ ਜਿਹੜਾ ਸਮਾਜ ਨੂੰ ਗੰਦਗੀ ਵੱਲ ਲਿਜਾ ਰਿਹਾ, ਤੇ ਇਸ ਨੂੰ ਅਸੀਂ ਫੈਸ਼ਨ ਬਣਾਇਆ ਤੇ ਅੱਜ ਇਸ ਤਰ੍ਹਾਂ ਦਾ ਮਾਹੌਲ ਬਣ ਰਿਹਾ। ਫਿਰ ਅਸੀਂ ਇੱਕ ਹੋਰ ਚੀਜ਼ ਰੱਖੀ ਹੈ, ਅਸੀਂ ਇੱਕ ਕਹਿੰਦੇ ਹਾਂ ਕਿ ਸਾਡੀਆਂ ਨਜ਼ਰਾਂ ਨੂੰ ਜਿਹੜੀ ਆਜ਼ਾਦੀ ਇਸ ਤਰ੍ਹਾਂ ਮਹਿਸੂਸ ਹੋਵੇ ਕਿ ਜੇਕਰ ਔਰਤ ਆਪਣੇ ਜਿਸਮ ਨੁਮਾਇਸ਼ ਕਰਦੀ ਹੈ ਉਸ ਨੂੰ ਤਾਂ ਆਜ਼ਾਦੀ ਮੰਨ ਲੈਂਦੇ ਆ, ਉਸ ਲਈ ਤਾਂ ਜੇ ਕੋਈ ਟਿੱਪਣੀ ਕਰ ਦੇਵੇ ਤਾਂ ਔਰਤਾਂ ਦੇ ਗਰੁੱਪ ਅੱਗੇ ਆ ਜਾਂਦੇ ਨੇ। ਪਰ ਦੂਸਰੇ ਪਾਸੇ ਜਦੋਂ ਘੱਟ ਗਿਣਤੀ ਔਰਤਾਂ ਪੀੜਤ ਹੁੰਦੀਆਂ ਨੇ, ਧੱਕੇਸ਼ਾਹੀ ਹੁੰਦੀ ਹੈ, ਉਸ ਵੇਲੇ ਉਹਨਾਂ ਨੂੰ ਲੱਗਦਾ ਕਿ ਹੁਣ ਆਜ਼ਾਦੀ ਵਾਲੀ ਗੱਲ ਨਹੀਂ। ਉਸ ਵੇਲੇ ਮਰਦ ਔਰਤ ਇੱਕੋ ਥਾਂ 'ਤੇ ਇਕੱਠੇ ਹੋ ਕੇ ਉਸ ਦੀ ਵਿਰੋਧਤਾ ਕਰਦੇ ਨੇ। ਕੀ ਵਿਡੰਬਣਾ ਹੈ ਕਿ ਅਸੀਂ ਜਦੋਂ ਅਸੀਂ ਖਜਿਆਰੋ ਦੇ ਮੰਦਿਰ ਜਾਂ ਪੁਰਾਣੇ ਜਿਹੜੇ ਇਸ ਤਰ੍ਹਾਂ ਦੀਆਂ ਜਿਹੜੀਆਂ ਘਾੜਤਾਂ ਬਣੀਆਂ ਹੋਈਆਂ ਉੱਥੇ ਮੂਰਤੀਆਂ ਉਹਨਾਂ ਨੂੰ ਦੇਖਦੇ ਹਾਂ, ਤੇ ਉੱਥੇ ਰੱਜ ਕੇ ਔਰਤ ਨਾਲ ਲਿੰਗਿਕ ਸ਼ੋਸ਼ਣ ਦੇ ਰੂਪ ਦੇ ਵਿੱਚ ਮੰਦਿਰਾਂ ਦੇ ਅੰਦਰ ਜਿਹੜੀਆਂ ਏਡੇ ਏਡੇ ਚਿੱਤਰ ਬਣੇ ਹੋਏ ਨੇ, ਉਹਨਾਂ ਨੂੰ ਕਹਿੰਦੇ ਆ ਕਿ ਸਾਡੀ ਹੈਰੀਟੇਜ ਹੈ, ਸਾਡਾ ਮਾਣ ਹੈ, ਸਾਡਾ ਇਤਿਹਾਸ ਹੈ, ਸਾਡੀ ਵਿਰਾਸਤ ਹੈ। ਜੇ ਇਹੋ ਜਿਹੀ ਵਿਰਾਸਤ ਤੁਹਾਡੀ ਹੈ ਤਾਂ ਇਸ ਵਿਰਾਸਤ ਲਈ ਤੁਹਾਨੂੰ ਹੀ ਮੁਬਾਰਕ। ਜੇ ਇਸ ਗੱਲ ਨੂੰ ਤੁਸੀਂ ਪ੍ਰਚਾਰ ਦਿਓ, ਇਹ ਕਿਹੜੀ ਕਿਸਮ ਦੀ ਔਰਤ ਦੀ ਜਿਹੜੀ ਹੈ ਤੁਸੀਂ ਪ੍ਰਤੱਖੀਕਰਨ ਕਰ ਰਹੇ ਹੋ? ਇਸ ਕਿਸਮ ਦਾ ਜਿਹੜਾ ਰੁਝਾਨ ਹੈ ਸਾਡੇ ਅੰਦਰ, ਇਹ ਵੀ ਦਿਨ ਬ ਦਿਨ ਵੱਧਦਾ ਜਾ ਰਿਹਾ ਕਿ ਫੈਸ਼ਨ ਪੱਖੋਂ ਅਸੀਂ ਕੁਛ ਕਹਿੰਦੇ ਹਾਂ ਪਰ ਹਕੀਕਤ ਪੱਖੋਂ ਕੁਛ। ਦੇਖੋ, ਗੱਲ ਇਸ ਤਰ੍ਹਾਂ ਕਿ ਜਦੋਂ ਜੇ ਆਪਾਂ ਧਿਆਨ ਨਾਲ ਵੇਖੀਏ, ਠੰਡੇ ਦਿਮਾਗ ਸੋਚ ਕੇ ਵੇਖੀਏ, ਦੋਨੇ ਐਕਸਟ੍ਰੀਮ ਨੇ ਜੀ। ਇੱਕ ਪਾਸੇ ਔਰਤਾਂ ਬੁਰਕੇ ਪਾਉਂਦੀਆਂ, ਇੱਕ ਪਾਸੇ ਔਰਤਾਂ ਨਿਰਵਸਤਰ ਹੁੰਦੀਆਂ। ਦੋ ਕਿਸਮ ਦੇ ਸਮਾਜਾਂ ਨੂੰ ਅਸੀਂ ਇੱਕ ਲੈ ਲਈਏ ਮਿਸਾਲਾਂ ਦੇ ਤੌਰ 'ਤੇ, ਦੋਨਾਂ ਵਿੱਚ ਇੱਕ ਸਾਂਝ ਜਿਹੜੀ ਬਣਦੀ ਹੈ ਉਹ ਇਹ ਹੈ ਕਿ ਦੋਨੇ ਹੀ ਕੇਸਾਂ ਦੇ ਵਿੱਚ ਮੁੱਖ ਤੌਰ 'ਤੇ ਕਿਧਰੇ ਨਾ ਕਿਧਰੇ ਮਰਦ ਪ੍ਰਧਾਨ ਸੋਚ ਇੰਨੀ ਭਾਰੂ ਹੈ, ਉਸ ਵੱਲੋਂ ਬਣਾਏ ਹੋਏ ਨਿਯਮ ਨੇ ਜਿਸ ਦੇ ਚਲਦਿਆਂ ਇੱਕ ਮੁਆਸ਼ਰੇ 'ਚ ਔਰਤਾਂ ਕੱਪੜੇ ਲਾ ਰਹੀਆਂ ਨੇ, ਇੱਕ ਮੁਆਸ਼ਰੇ 'ਚ ਔਰਤਾਂ ਆਪਣੇ ਆਪ ਨੂੰ ਕੱਜ ਕੇ ਰੱਖ ਰਹੀਆਂ। ਮਤਲਬ ਮਰਦਾਂ ਦੀ ਬਣਾਈ ਹੋਈ ਦੁਨੀਆ ਦੇ ਦਸਤੂਰ ਨੇ ਦੋਨਾਂ ਕੇਸਾਂ ਦੇ ਵਿੱਚ। ਇਸ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਜਿਹੜਾ ਸੋ ਕਾਲਡ ਵਿਕਸਿਤ ਸਮਾਜ ਹੈ, ਉੱਥੇ ਤੁਸੀਂ ਇਸ ਤਰ੍ਹਾਂ ਦੀ ਇੱਕ ਰਵਾਇਤ ਤੋੜ ਦਿੱਤੀ ਕਿ ਤੁਸੀਂ ਕੱਪੜੇ ਲਾਓਗੇ ਤੁਹਾਨੂੰ ਪੈਸੇ ਵੀ ਵੱਧ ਮਿਲਣਗੇ, ਤੁਸੀਂ ਜਿਸਮ ਦੀ ਨੁਮਾਇਸ਼ ਕਰੋਗੇ ਤੁਹਾਨੂੰ ਕਾਫੀ ਸਾਰਾ ਕੁਝ ਦਿੱਤਾ ਜਾਊਗਾ, ਸੁੱਖ ਸਹੂਲਤਾਂ ਦਿੱਤੀਆਂ ਜਾਣਗੀਆਂ, ਤੁਹਾਨੂੰ ਵਧੀਆ ਰੋਲ ਮਿਲਣਗੇ ਫਿਲਮ ਦੇ ਵਿੱਚ। ਦੂਜਾ ਸਮਾਜ ਤੁਹਾਨੂੰ ਕਹਿ ਰਿਹਾ ਕਿ ਤੁਸੀਂ ਘਰੋਂ ਬਾਹਰ ਨਹੀਂ ਨਿਕਲ ਸਕਦੇ ਮਰਦ ਤੋਂ ਬਿਨਾਂ, ਆਪਣੇ ਉਸ ਨੂੰ ਢੱਕ ਕੇ ਰੱਖੋ ਸਿਰ ਤੋਂ ਲੈ ਕੇ ਪੈਰਾਂ ਤੱਕ। ਦੋਨਾਂ ਕਿਸਮ ਵਿੱਚ ਸਰਦਾਰੀ ਕਿਸ ਦੀ ਹੈ? ਮਰਦ ਦੀ ਹੈ। ਮਰਦ ਦੀ ਤਾਂ ਦੁਨੀਆ ਬਣਾ ਰਿਹਾ ਵਾਲੀ, ਮਰਦਾਂ ਦੀ ਆਪਣੀ ਇੱਛਾ ਪੂਰਤੀ ਦੀ ਖਾਤਰ ਹੋ ਰਿਹਾ। ਇੱਕ ਮੁਆਸ਼ਰੇ 'ਚ ਔਰਤਾਂ ਨੂੰ ਮਤਲਬ ਇਹ ਦਬਾਇਆ ਜਾ ਰਿਹਾ ਕਿ ਤੁਸੀਂ ਪੂਰੇ ਹੱਕ ਨਹੀਂ ਮੰਨ ਸਕਦੇ। ਦੂਜੇ 'ਚ ਕਿਹਾ ਜਾ ਰਿਹਾ ਤੁਹਾਨੂੰ ਸਭ ਕੁਝ ਦੇਤਾ, ਕੱਪੜੇ ਕੁਪੜੇ ਲਾ ਦਿਓ ਆਪਣੇ, ਪਰ ਅਖੀਰ 'ਚ ਕਿਹਦੀ ਇੱਛਾ ਦੀ ਪੂਰਤੀ ਹੋ ਰਹੀ ਹੈ? ਇਹ ਸਮਝਣਾ ਜ਼ਰੂਰੀ ਹੈ। ਇਹ ਔਰਤ ਦਾ ਆਪਣਾ ਨਿਸ਼ਚਾ,
ਕਿ ਉਸਨੇ ਹਿਜਾਬ ਲੈਣਾ ਜਾਂ ਨਹੀਂ ਲੈਣਾ। ਇਹ ਔਰਤ ਦਾ ਆਪਣਾ ਨਿਸ਼ਚਾ ਕਿ ਉਸਨੇ ਕੱਪੜੇ ਲਾਉਣੇ ਜਾਂ ਨਹੀਂ ਲਾਉਣੇ। ਇਹ ਔਰਤ ਦਾ ਨਿਸ਼ਚਾ ਕਿ ਉਸਨੇ ਆਪਣੀ ਇੱਛਾ ਅਨੁਸਾਰ ਬੱਚੇ ਨੂੰ ਜਨਮ ਦੇਣਾ ਜਾਂ ਗਰਭਪਾਤ ਕਰਾਉਣਾ। ਇਹ ਚੀਜ਼ਾਂ ਔਰਤਾਂ ਆਪੇ ਤੈਅ ਕਰਨਗੀਆਂ। ਮਰਦ ਕੌਣ ਹੁੰਦੇ ਤੈਅ ਕਰਨ ਵਾਲੇ? ਸਾਨੂੰ ਪਹਿਲਾਂ ਇਸ ਭੇਦ ਨੂੰ ਸਮਝਣਾ ਪੈਣਾ। ਦੂਜੀ ਗੱਲ ਆ ਗਈ ਜਨਸੰਖਿਆ ਦੀ ਦੋਗਲੀ ਚਾਲ। ਇੱਕ ਪਾਸੇ ਤੁਸੀਂ ਖੁਜਰਾਓ ਦੀਆਂ ਮੰਦਰਾਂ ਦੀ ਗੱਲ ਕਰਦੇ ਹੋ, ਦੂਜੇ ਪਾਸੇ ਤੁਸੀਂ ਲੋਕਾਂ ਨੂੰ ਸਮਾਨ ਜੋੜਨ ਤੋਂ ਰੋਕਦੇ ਹੋ। ਕਦੇ ਲਵ ਜਿਹਾਦ ਦਾ ਫਤਵਾ ਦਿੱਤਾ ਕਿਸੇ ਨੂੰ, ਕਦੇ ਵੈਲੈਂਟਾਈਨ ਡੇ ਦਾ ਵਿਰੋਧ ਕੀਤਾ। ਤੇ ਇਹ ਜਿਹੜੀਆਂ ਗੱਲਾਂ ਨੇ ਇਹ ਦੱਸਦੀਆਂ ਨੇ ਇਹ ਦੋਗਲੇ ਲੋਕ ਨੇ। ਸੋ ਉਹਨਾਂ ਨੂੰ ਇਹ ਗੱਲ ਕਹਿਣ ਦਾ ਕੋਈ ਹੱਕ ਨਹੀਂ ਹੈ। ਵੈਲੈਂਟਾਈਨ ਡੇ ਦਾ ਵਿਰੋਧ ਕਰਨ ਦਾ ਹੱਕ ਨਹੀਂ ਹੈ ਜੇ ਤੁਹਾਡੇ ਆਪਣੇ ਸੰਸਕਾਰਾਂ ਵਿੱਚ ਆ ਗੱਲਾਂ ਪਈਆਂ ਹੋਈਆਂ। ਬਿਲਕੁਲ ਜੀ, ਬਹੁਤ ਸ਼ੁਕਰੀਆ ਗੁਰਪ੍ਰੀਤ ਸਿੰਘ ਜੀ, ਤੁਸੀਂ ਵਿਸਤਾਰਪੂਰਵਕ ਵਿਚਾਰ ਦਿੱਤੇ ਅੰਤਰਰਾਸ਼ਟਰੀ ਇਸਤਰੀ ਦਿਹਾੜੇ ਦੇ ਬਾਰੇ, ਖਿਆਲ ਸਾਂਝੇ ਕੀਤੇ। ਹਾਰਦਿਕ ਧੰਨਵਾਦ ਜੀ। ਮਿਹਰਬਾਨੀ, ਸ਼ੁਕਰੀਆ ਤੁਹਾਡਾ। ਅਖੀਰ ਦੇ ਵਿੱਚ ਇੱਕੋ ਹੀ ਗੱਲ ਕਿ ਔਰਤ ਜਾਤੀ ਜਿਸ ਤਰੀਕੇ ਦੇ ਨਾਲ ਅੱਜ ਦੇ ਸਮਾਜ ਦੇ ਵਿੱਚ ਵੀ ਪੀੜਤ ਹੈ, ਉਸ ਲਈ ਸਾਨੂੰ ਕੁਝ ਨਾ ਕੁਝ ਵੱਖਰਤਾ ਜਾਂ ਕੁਝ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਕਿ ਅਸੀਂ ਇਹੋ ਜਿਹੀਆਂ ਘਟਨਾਵਾਂ ਤੋਂ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਠੱਲ ਪਾਉਣ ਲਈ ਉਪਰਾਲੇ ਕਰ ਸਕੀਏ। ਜਿਵੇਂ ਹੁਣ ਕਰਨਾਟਕਾ ਦੀ ਮਿਸਾਲ, ਉੱਥੋਂ ਦੀ ਜਿਹੜੀ ਕੋਰਟ ਨੇ ਔਰਤਾਂ ਨੂੰ, ਬੱਚੀਆਂ ਨੂੰ ਜਿਹੜੀਆਂ ਕਿ ਕਾਲਜਾਂ ਜਾਂਦੀਆਂ ਨੇ, ਉਹਨਾਂ ਨੂੰ ਬੁਰਕਾ ਪਾਉਣ ਤੇ ਉੱਪਰ ਰੋਕ ਲਾ ਕੇ ਕਿਹਾ ਕਿ ਵਰਦੀ 'ਚ ਬੁਰਕਾ ਸ਼ਾਮਲ ਨਹੀਂ, ਇਸ ਕਰਕੇ ਨਹੀਂ ਹੋਏਗਾ। ਪਰ ਉਸੇ ਹੀ ਮੁਆਸ਼ਰੇ ਦੇ ਵਿੱਚ ਜਿੱਥੇ ਬਹੁ ਗਿਣਤੀ ਹੈ ਉਹ ਜੋ ਮਰਜ਼ੀ ਧੱਕੇਸ਼ਾਹੀ ਕਰੇ, ਉੱਥੇ ਕੋਈ ਸਵਾਲ ਨਹੀਂ ਉੱਠਦਾ। ਇਸੇ ਤਰੀਕੇ ਨਾਲ ਇੱਕ ਲੜਕੀ ਨੂੰ ਵੀ ਔਰਤ ਜਾਤੀ ਦੀ ਪ੍ਰਤੀਕ, ਉਹ ਲੜਕੀ ਇੱਕ ਦਸਤਾਰ ਸਜਾ ਰਹੀ ਸੀ, ਉਸ ਨੂੰ ਕਾਲਜ ਤੋਂ ਰੋਕ ਦਿੱਤਾ ਗਿਆ ਕਿਉਂਕਿ ਕਿਹਾ ਕਿ ਦਸਤਾਰ ਨਹੀਂ ਸਜਾ ਸਕਦੇ। ਇਹ ਵੀ ਉਸੇ ਦਾ ਹੀ ਹਿੱਸਾ ਹੈ। ਇਸ ਤੋਂ ਇਲਾਵਾ ਜਿਵੇਂ ਅਸੀਂ ਕੈਨੇਡਾ ਦੀਆਂ ਬਹੁਤ ਸਾਰੀਆਂ ਮਿਸਾਲਾਂ ਦਿੱਤੀਆਂ ਨੇ ਜਾਂ ਭਾਰਤ ਦੀਆਂ ਮਿਸਾਲਾਂ ਦਿੱਤੀਆਂ ਨੇ, ਜਿਹੜੇ ਕਿ ਸੁਰੱਖਿਆ ਦਸਤੇ ਨੇ ਉਹ ਔਰਤਾਂ ਨਾਲ ਜੋ ਧੱਕੇਸ਼ਾਹੀ ਕਰ ਰਹੇ ਨੇ ਉਸ ਦੇ ਖਿਲਾਫ ਹੀ ਉੱਠੀਏ। ਇਹ ਫੈਸ਼ਨ ਕਿ ਫੌਜੀਆਂ ਨੂੰ ਰੱਖੜੀਆਂ ਬੰਨ੍ਹ ਦੇਣੀਆਂ, ਪੁਲਿਸੀਆਂ ਦੇ ਗੁੱਟਾਂ ਨੂੰ ਸਜਾ ਦੇਣਾ ਅਤੇ ਕਹਿਣਾ ਕਿ ਇਹ ਸਾਰਾ ਕੁਛ ਹੈ, ਉਹਨਾਂ ਨੂੰ ਤੁਸੀਂ ਲਾਇਸੈਂਸ ਦੇ ਰਹੇ ਹੋ, ਇਹ ਗੱਲ ਬਹੁਤ ਖਤਰਨਾਕ ਹੈ। ਸਾਡੇ ਧਾਰਮਿਕ ਅਦਾਰਿਆਂ ਦੀ ਗੱਲ, ਉਹਨਾਂ ਦੀ ਭੂਮਿਕਾ ਦੀ ਗੱਲ ਵੀ ਕੀਤੀ ਹੈ। ਅੰਤ ਦੇ ਵਿੱਚ ਇੱਕੋ ਹੀ ਗੱਲ ਕਹਾਂਗੇ ਕਿ ਬੇਸ਼ੱਕ ਅੰਤਰਰਾਸ਼ਟਰੀ ਇਸਤਰੀ ਦਿਵਸ ਇਸਤਰੀ ਦੇ ਪ੍ਰਸੰਗ ਦੇ ਵਿੱਚ ਇੱਕ ਦਿਨ ਹੈ, ਪਰ ਇੱਕ ਨਹੀਂ, ਔਰਤ ਦੇ ਸਾਰੇ ਹੀ ਦਿਨ ਨੇ, 365 ਦਿਨ। ਮਾਂ ਭੈਣ ਧੀ ਦੇ ਰੂਪ ਦੇ ਵਿੱਚ, ਪਰਿਵਾਰ ਦੋਸਤ ਮਿੱਤਰ ਦੇ ਰੂਪ ਦੇ ਵਿੱਚ ਹਰ ਤਰ੍ਹਾਂ ਹੀ ਔਰਤ ਦਾ ਸਤਿਕਾਰ ਜਿਹੜਾ ਕਾਇਮ ਰਹੇ। ਜੇ ਔਰਤ ਜਿਸ ਸਮਾਜ ਦੇ ਵਿੱਚ ਸਤਿਕਾਰ ਹਾਸਲ ਕਰਦੀ ਹੈ, ਉਸ ਸਮਾਜ ਦੇ ਵਿੱਚ ਅਗਲੀ ਜਿਹੜੀ ਜਨਰੇਸ਼ਨ ਹੈ, ਪੀੜ੍ਹੀ ਹੈ, ਉਹ ਹਮੇਸ਼ਾ ਖੁਸ਼ਗਵਾਰ ਹੋਏਗੀ ਅਤੇ ਇਹ ਸਾਰਾ ਸੰਸਾਰ ਘੁੱਗ ਵਸਦਾ ਰਹੇਗਾ। ਇਹਨਾਂ ਸ਼ਬਦਾਂ ਨਾਲ ਆਪ ਸਮੂਹ ਦਰਸ਼ਕਾਂ ਦਾ ਹਾਰਦਿਕ ਸ਼ੁਕਰੀਆ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।